ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, yesterday we start our second chapter of geography, forest and wildlife resources. Till now, in this chapter we read how forest and wildlife considered as resources. Second topic we discussed what is biodiversity, flora and fauna in our country and different categories of existing species of plants and animals. Today we read what are the major cause of depletion of our ecosystem. Means ਜੋ ਟੌਪਿਕ ਅਸੀਂ ਅੱਜ ਡਿਸਕਸ ਕਰਨ ਲੱਗੇ ਹਾਂ ਇਸ ਵਿੱਚ ਅਸੀਂ ਡਿਸਕਸ ਕਰਨਾ ਹੈ ਕਿ ਆਪਾਂ ਗੱਲ ਕਰਦੇ ਪਏ ਸੀ ਪਿਛਲੇ ਕੁਝ ਸਮੇਂ ਤੋਂ ਐਨਵਾਇਰਨਮੈਂਟ ਨੂੰ ਬਹੁਤ ਜ਼ਿਆਦਾ ਹਾਰਮ ਪਹੁੰਚਾਇਆ ਗਿਆ, ਨੁਕਸਾਨ ਹੋਇਆ ਹੈ। ਬਹੁਤ ਸਾਰੀਆਂ ਸਪੈਸੀਜ਼ ਜਿਹੜੀਆਂ ਐਕਸਟਿੰਕਟ ਅਲੋਪ ਹੋ ਚੁੱਕੀਆਂ ਨੇ। ਇਹਨਾਂ ਦਾ ਰੀਜ਼ਨ ਕੀ ਹੈ, ਕਿਹੜੇ ਕਾਰਨਾਂ ਕਰਕੇ ਸਾਡੇ ਕੋਲ ਕੁਛ ਪ੍ਰਜਾਤੀਆਂ ਪੰਛੀਆਂ ਦੀਆਂ, ਜਾਨਵਰਾਂ ਦੀਆਂ ਔਰ ਪਲਾਂਟਸ ਦੀਆਂ ਅਲੋਪ ਹੋ ਰਹੀਆਂ ਨੇ। ਸੋ ਲੈਟਸ ਸਟਾਰਟ ਆਵਰ ਟੌਪਿਕ। What are the negative factors that cause such fearful depletion of the flora and fauna? In this question ਜੇ ask what are the negative factors, ਮਤਲਬ ਸਾਡੇ ਵੱਲੋਂ ਕਿਹੜੇ ਨੈਗੇਟਿਵ ਫੈਕਟਰ, ਕਿਹੜੇ ਨਕਾਰਾਤਮਕ ਕੁਛ ਫੈਕਟਰ, ਕੁਝ ਵਰਕ ਕੀਤੇ ਗਏ ਆ ਜਿਨ੍ਹਾਂ ਦੇ ਅਨੁਸਾਰ ਇੰਨੀ ਵੱਡੀ ਮਾਤਰਾ ਦੇ ਵਿੱਚ ਭਿਆਨਕ ਰੂਪ ਦੇ ਵਿੱਚ ਫਲੋਰਾ ਐਂਡ ਫੌਨਾ, ਪਲਾਂਟਸ ਔਰ ਐਨੀਮਲ ਸਪੈਸੀਜ਼ ਦਾ ਪਤਨ ਹੋ ਚੁੱਕਾ ਹੈ। If you look around, you will be able to find out how we have transformed nature into a resource obtaining directly and indirectly from the forest and wildlife. ਕਹਿੰਦੇ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਝਾਤੀ ਮਾਰੋਗੇ ਤੁਸੀਂ ਦੇਖੋਗੇ ਕਿਵੇਂ ਅਸੀਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਇੱਕ ਰਿਸੋਰਸ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਵੁੱਡ, ਬਾਕਸ, ਲੀਵਸ, ਰਬਰ, ਮੈਡੀਸਿਨ, ਡਾਈਸ, ਫੂਡ, ਫਿਊਲ, ਫਾਡਰ, ਮਨਿਓਰ ਐਕਸੈਕਟਰਾ। ਮਤਲਬ ਇਹ ਸਾਰੀਆਂ ਚੀਜ਼ਾਂ ਵਸਤਾਂ ਕੁਦਰਤ ਨੇ ਜਿਹੜਾ ਨੇਚਰ ਦੇ ਵਿੱਚ ਪ੍ਰੋਵਾਈਡ ਕੀਤੀਆਂ ਸੀ। ਆਪਾਂ ਇਹਨਾਂ ਦੀ ਵਰਤੋਂ ਕਰਕੇ ਆਪਣੇ ਵਰਕ ਨੂੰ, ਆਪਣੀਆਂ ਨੀਡਸ ਨੂੰ ਸੈਟਿਸਫਾਈ ਕਰਨ ਵਾਸਤੇ ਇਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਨੂੰ ਆਪਾਂ ਇੱਕ ਰਿਸੋਰਸ, ਇੱਕ ਸਰੋਤ ਦੇ ਤੌਰ 'ਤੇ ਵਰਤ ਲਿਆ। ਸੋ ਪਰ ਜੇਕਰ ਆਪਾਂ ਇਹਨਾਂ ਨੂੰ ਸਿਰਫ ਵਰਤ ਲੈਂਦੇ ਆਪਣੀ ਲੋੜ ਤੱਕ ਸੀਮਿਤ ਰਹਿੰਦੇ, ਇਹਦਾ ਸਾਨੂੰ ਐਨਵਾਇਰਨਮੈਂਟ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸੀ ਪੈਣਾ, ਨਾ ਹੀ ਕੋਈ ਜਿਹੜਾ ਨੁਕਸਾਨ ਹੈ। ਪਰ ਪ੍ਰੋਬਲਮ ਇਹ ਹੈ ਕਿ ਇਹਨਾਂ ਨੂੰ ਅਸੀਂ ਹੱਦ ਤੋਂ ਜ਼ਿਆਦਾ ਆਪਣੀ ਗਰੀਡਨੈਸ ਦਾ ਕਰਕੇ, ਲਾਲਚ ਦਾ ਕਰਕੇ ਇਹਨਾਂ ਰਿਸੋਰਸ ਨੂੰ ਵੱਧ ਤੋਂ ਵੱਧ ਵਰਤ ਕੇ ਆਪਾਂ ਆਪਣੇ ਇਨਕਮ ਜਿਹੜਾ ਉਹਨੂੰ ਇਨਕਰੀਜ਼ ਕਰਨ ਦੀ ਸੋਚਣ ਲੱਗ ਗਏ, ਜਿਹਦੇ ਅਨੁਸਾਰ ਸਾਨੂੰ ਮੇਨ ਤੌਰ 'ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ। ਨੈਕਸਟ ਏ ਸੋ ਇਟ ਇਜ਼ ਵੀ ਆਵਰਸੈਲਵਸ ਹੂ ਹੈਵ ਦਾ ਡਿਪਲੀਟਡ ਆਵਰ ਫੋਰੈਸਟ ਐਂਡ ਵਾਈਲਡ ਲਾਈਫ। ਕਹਿੰਦੇ ਇਹ ਹੋਰ ਕੋਈ ਨਹੀਂ, ਸਿਰਫ ਅਸੀਂ ਆਪਣੇ ਆਪ ਹਾਂ, ਅਸੀਂ ਹਾਂ ਜਿਨ੍ਹਾਂ ਨੇ ਆਪਣੇ ਜੰਗਲਾਂ ਅਤੇ ਆਪਣੇ ਵਾਈਲਡ ਲਾਈਫ ਦਾ ਨੁਕਸਾਨ ਕੀਤਾ, ਇਹਨਾਂ ਦੇ ਪਤਨ ਦਾ ਕਾਰਨ ਬਣੇ। The greatest damage inflicted on Indian forest was during the colonial period due to the expansion of the railway, agriculture, commercial and scientific forestry and the mining. Meaning of the inflicted ਪ੍ਰਭਾਵਿਤ। ਕਹਿੰਦੇ ਸਭ ਤੋਂ ਜ਼ਿਆਦਾ ਸਾਡੇ ਨੈਚੁਰਲ ਰਿਸੋਰਸਿਸ, ਐਨਵਾਇਰਨਮੈਂਟ ਨੂੰ ਨੁਕਸਾਨ ਹੋਇਆ ਕਲੋਨੀਅਲ ਰੀਜਨ ਸਮੇਂ, ਮਤਲਬ ਬਸਤੀਵਾਦੀ ਸਮੇਂ ਜਦੋਂ ਬ੍ਰਿਟਿਸ਼ ਲੋਕ ਸਾਡੇ ਉੱਪਰ ਰਾਜ ਕਰਦੇ ਪਏ ਸੀ। ਉਹਨਾਂ ਨੇ ਰੇਲਵੇ ਲਾਈਨਸ ਵਿਛਾਉਣ ਵਾਸਤੇ, ਐਗਰੀਕਲਚਰ ਦੇ ਵਿੱਚ ਰਕਬਾ, ਖੇਤ ਜ਼ਿਆਦਾ ਖੇਤਾਂ ਵਿੱਚ ਐਗਰੀਕਲਚਰ ਕਰਨ ਵਾਸਤੇ, ਖੇਤੀਬਾੜੀ ਲਈ, ਕਮਰਸ਼ੀਅਲ ਫੈਕਟਰੀਆਂ ਵਗੈਰਾ ਲਗਾਉਣ ਵਾਸਤੇ, ਜੰਗਲਾਂ ਅਤੇ ਹੋਰ ਜੋ ਕੁਦਰਤੀ ਰਿਸੋਰਸ ਸੀ ਉਹਨਾਂ ਨੂੰ ਕੱਟ ਵੱਢ ਕੇ ਵਰਤ ਕੇ ਜਿਹੜਾ ਵੱਧ ਤੋਂ ਵੱਧ ਇਨਕਮ ਇਨਕਰੀਜ਼ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਦੇ ਰॉ ਮਟੀਰੀਅਲ, ਇੱਥੋਂ ਦੇ ਜੰਗਲਾਂ ਦੇ ਪ੍ਰੋਡਕਟ ਫੋਰੈਸਟ ਤੋਂ ਕਲੈਕਟ ਕਰਕੇ ਵਾਪਸ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਜਾਂ ਯੂਰਪ ਦੇ ਹੋਰਨਾਂ ਕੰਟਰੀ ਦੇ ਵਿੱਚ ਟ੍ਰੇਡ ਦੇ ਤੌਰ 'ਤੇ ਭੇਜਣਾ ਸ਼ੁਰੂ ਕਰ ਦਿੱਤਾ, ਜਿਹਦੇ ਅਨੁਸਾਰ ਸਾਡੇ ਦੇਸ਼ ਦੇ ਵਿੱਚ ਨੈਚੁਰਲ ਰਿਸੋਰਸਿਸ ਜਿਹੜੇ ਉਹਨਾਂ ਦਾ ਐਕਸਪਲੋਇਟੇਸ਼ਨ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਈਵਨ ਆਫਟਰ ਦਾ ਇੰਡੀਪੈਂਡੈਂਸ agriculture expansion continue to be one of the major cause of the depletion of the forest resources। ਕਹਿੰਦੇ ਈਵਨ ਆਫਟਰ ਮਤਲਬ ਆਜ਼ਾਦੀ ਤੋਂ ਬਾਅਦ ਵੀ ਸਾਡੇ ਦੇਸ਼ ਦੇ ਵਿੱਚ ਖੇਤੀਬਾੜੀ ਹੇਠ ਰਕਬਾ ਵਧਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗਈ। ਖੇਤੀਬਾੜੀ ਰਕਬਾ ਵਧਾਉਣ ਦਾ ਮਤਲਬ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਜੰਗਲ ਸੀ ਉੱਥੋਂ ਜੰਗਲ ਕੱਟ ਕੇ ਉਸ ਜ਼ਮੀਨ ਦੇ ਉੱਪਰ ਖੇਤੀਬਾੜੀ ਕਰਨ ਦੀ ਸ਼ੁਰੂਆਤ ਕਰ ਲੈਣੀ। ਨੈਕਸਟ ਆ ਜਾਂਦਾ ਹੈ ਬਿਟਵੀਨ ਦਾ 1951 ਐਂਡ 1980, 1951 ਤੋਂ ਲੈ ਕੇ 1980 ਈਸਵੀ ਤੱਕ। ਅਕੋਰਡਿੰਗ ਟੂ ਦਾ ਫੋਰੈਸਟ ਸਰਵੇ ਆਫ ਇੰਡੀਆ, ਇੰਡੀਆ ਦੇ ਜੰਗਲੀ ਵਿਭਾਗ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਓਵਰ 26,200 ਸਕੁਅਰ ਕਿਲੋਮੀਟਰ ਆਫ ਫੋਰੈਸਟ ਏਰੀਆ ਵਾਜ
ਕਨਵਰਟਡ ਇਨਟੂ ਦਾ ਐਗਰੀਕਲਚਰ ਲੈਂਡ। 26,200 ਸਕੁਅਰ ਕਿਲੋਮੀਟਰ ਏਰੀਏ ਦੇ ਵਿੱਚੋਂ ਜੰਗਲ ਕੱਟ ਕੇ ਉਸ ਨੂੰ ਖੇਤੀਬਾੜੀ ਦੇ ਤੌਰ 'ਤੇ ਜ਼ਮੀਨ ਨੂੰ ਵਰਤਣਾ ਸ਼ੁਰੂ ਕਰ ਦਿੱਤਾ। Substantial parts of the tribal belt, especially in the northeastern and the central India, have been deforested or the degraded। ਖਾਸ ਤੌਰ 'ਤੇ ਕਹਿੰਦੇ ਕੁਛ ਨੌਰਥਨ ਈਸਟ ਦੇ ਟਰਾਈਬਲ ਕਬੀਲਿਆਂ ਦੇ ਲੋਕ, ਜਿੱਥੇ ਕਬੀਲਿਆਂ ਦੇ ਲੋਕ ਰਹਿੰਦੇ ਸੀ, ਇੱਥੋਂ ਜੰਗਲਾਂ ਦੀ ਕਟਾਈ ਜਿਹੜਾ ਜ਼ਿਆਦਾ ਕੀਤੀ ਗਈ। ਔਰ ਡੀਗਰੇਡਡ ਬਾਏ ਦਾ ਸ਼ਿਫਟਿੰਗ ਕਲਟੀਵੇਸ਼ਨ, ਇਹਨਾਂ ਦੇ ਵਿੱਚ ਜੰਗਲਾਂ ਦਾ ਨਾਸ਼ ਹੋਣ ਦਾ ਕਾਰਨ ਹੀ ਸ਼ਿਫਟਿੰਗ ਕਲਟੀਵੇਸ਼ਨ। ਸ਼ਿਫਟਿੰਗ ਕਲਟੀਵੇਸ਼ਨ ਆਪਾਂ ਪਹਿਲਾਂ ਪੜ੍ਹ ਚੁੱਕੇ ਸੀ 8th ਕਲਾਸ ਦੇ ਵਿੱਚ। ਹੁਣ ਵੀ ਤੁਹਾਡਾ ਐਗਰੀਕਲਚਰ ਵਾਲੇ ਚੈਪਟਰ ਵਿੱਚ ਇਹ ਟੋਪਿਕ ਹੈਗਾ ਸ਼ਿਫਟਿੰਗ ਕਲਟੀਵੇਸ਼ਨ। ਆਪਾਂ ਪੜ੍ਹਿਆ ਸੀ ਕਿ ਜੰਗਲਾਂ ਦੇ ਵਿੱਚੋਂ ਕੁਝ ਰਕਬੇ ਦੇ ਵਿੱਚੋਂ ਜੰਗਲ ਰੁੱਖ ਕੱਟ ਲਏ ਜਾਂਦੇ ਆ, ਫਿਰ ਉਹਨਾਂ ਰੁੱਖਾਂ ਦੀ ਰਹਿੰਦ ਖੂੰਹਦ ਕੱਟ ਕੇ ਸਾੜ ਕੇ ਉਹਨਾਂ ਦੀ ਸੁਆਹ ਬਣਾ ਕੇ ਉਸੇ ਜ਼ਮੀਨ ਦੇ ਵਿੱਚ ਮਿਲਾ ਲਈ ਜਾਂਦੀ ਹੈ ਅਤੇ ਉੱਥੇ ਫਿਰ ਖੇਤੀਬਾੜੀ ਕੀਤੀ ਜਾਂਦੀ ਹੈ। ਜਦੋਂ ਆਪਣੀ ਫਸਲ ਪੱਕ ਜਾਂਦੀ ਆ, ਫਿਰ ਆਪਾਂ ਉਸ ਫਸਲ ਵੱਢ ਕੇ ਉਸ ਜੰਗਲ ਦੇ ਪਾਰਟ ਨੂੰ ਖਾਲੀ ਛੱਡ ਜਾਂਦੇ ਹਾਂ ਅਤੇ ਜੰਗਲ ਦੇ ਫੋਰੈਸਟ ਨੈਕਸਟ ਪਾਰਟ ਵੱਲ ਆਪਾਂ ਮੂਵ ਕਰ ਜਾਂਦੇ ਹਾਂ। ਨੈਕਸਟ ਪਾਰਟ ਦੇ ਵਿੱਚ ਜਾ ਕੇ ਫਿਰ ਆਪਾਂ ਸੇਮ ਪ੍ਰੋਸੈਸ ਦੇ ਨਾਲ ਜੰਗਲ ਕੱਟਦੇ ਹਾਂ, ਉਹਨਾਂ ਨੂੰ ਅੱਗ ਲਗਾ ਕੇ ਸੁਆਹ ਬਣਾ ਕੇ ਮਿੱਟੀ ਦੇ ਵਿੱਚ ਮਿਕਸ ਕਰਦੇ ਹਾਂ। ਇਸੇ ਤਰੀਕੇ ਨਾਲ ਜੋ ਵਾਰੀ ਆਪਾਂ ਅੱਗੇ ਮੂਵ ਕਰੀ ਜਾਂਦੇ ਹਾਂ, ਅਤੇ ਪਿੱਛੇ ਜੰਗਲਾਂ ਦੀ ਗਰੋਥ ਇੰਨੀ ਜਿਹੜੀ ਤੇਜ਼ੀ ਦੇ ਨਾਲ ਨਹੀਂ ਹੁੰਦੀ, ਜਿੰਨੀ ਤੇਜ਼ੀ ਦੇ ਨਾਲ ਆਪਾਂ ਇਹਨਾਂ ਨੂੰ ਕੱਟੀ ਜਾਂਦੇ ਹਾਂ ਔਰ ਇਹਨਾਂ ਦਾ ਪਤਨ ਡਿਪਲੈਸ਼ਨ ਕਰਦੇ ਰਹਿੰਦੇ ਹਾਂ। ਇਸ ਤਰੀਕੇ ਦੀ ਖੇਤੀਬਾੜੀ ਦੇ ਨਾਲ ਬਰਨ ਐਂਡ ਸਲੈਸ਼ ਐਗਰੀਕਲਚਰ ਦੇ ਨਾਲ ਸਾਡੇ ਜੰਗਲਾਂ ਦਾ ਬਹੁਤ ਜ਼ਿਆਦਾ ਨਾਸ਼ ਹੋਇਆ ਨਾਰਥਨ ਈਸਟਰਨ ਪਾਰਟ ਦੇ ਵਿੱਚ। ਨੈਕਸਟ ਆਇਆ ਜਾਂਦਾ ਹੈ ਆਰ ਕਲੋਨੀਅਲ ਫੋਰੈਸਟ ਪੋਲਿਸੀਜ਼ ਟੂ ਬੀ ਦਾ ਬਲੇਮਡ। ਕਹਿੰਦੇ ਕਿ ਸਿਰਫ ਕਲੋਨੀਅਲ ਬਸਤੀਵਾਦੀ ਰਾਜ ਸਮੇਂ ਜੋ ਪਾਲਿਸੀ ਨੀਤੀਆਂ ਬਣਾਈਆਂ ਗਈਆਂ ਸੀ ਜਾਂ ਸਾਡੇ ਦੇਸ਼ ਦੇ ਰਿਸੋਰਸਿਸ ਨੂੰ ਵਰਤਣ ਵਾਸਤੇ ਕੁਛ ਲਾਅ ਬਣਾਏ ਜਾਂਦੇ, ਕੀ ਸਿਰਫ ਉਹਨਾਂ ਨੂੰ ਬਲੇਮ ਦਿੱਤਾ ਜਾ ਸਕਦਾ ਹੈ। Some of our environmental activities say it the promotion of a few favored species। ਕਹਿੰਦੇ ਸਾਡੇ ਜਿਹੜੇ ਵਾਤਾਵਰਨ ਪ੍ਰੇਮੀ ਆ ਉਹਨਾਂ ਦਾ ਮੰਨਣਾ ਹੈ ਕਿ ਬ੍ਰਿਟਿਸ਼ ਨੇ ਆਪਣੇ ਵਪਾਰ ਵਾਸਤੇ ਸਿਰਫ ਕੁਛ ਅਜਿਹੀਆਂ ਫੇਵਰਡ ਮਤਲਬ ਕੁਝ ਵਿਦੇਸ਼ੀ ਪ੍ਰਜਾਤੀਆਂ ਦੇ ਰੁੱਖ ਵਗੈਰਾ ਜਾਂ ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੂੰ ਵੇਚ ਕੇ ਉਹ ਵੱਧ ਮੁਨਾਫਾ ਕਮਾ ਸਕਦੇ ਸੀ। In many parts of India have been carried through the ironically termed enrichment plantation, in which a single commercial valuable species was extensively planted। ਕਹਿੰਦੇ ਇਹਨਾਂ ਵੱਲੋਂ ਸਥਾਨਕ ਪ੍ਰਜਾਤੀਆਂ ਦੇ ਰੁੱਖ ਕੱਟ ਵੱਢ ਕੇ ਉੱਥੋਂ ਬਾਹਰੋਂ ਰੁੱਖ ਲਿਆ ਕੇ ਲਗਾ ਦਿੱਤੇ ਜਾਂਦੇ, ਜਿਨ੍ਹਾਂ ਦੇ ਨਾਲ ਉਹਨਾਂ ਵਪਾਰ ਦੇ ਤੌਰ 'ਤੇ ਕਮਰਸ਼ੀਅਲ ਤੌਰ 'ਤੇ ਵੱਧ ਮੁਨਾਫਾ ਹੋ ਸਕਦਾ ਸੀ, ਉਹਨਾਂ ਨੂੰ ਜ਼ਿਆਦਾ ਕੀਮਤੀ ਮੰਨਿਆ ਜਾਂਦਾ ਸੀ। ਅਦਰ ਸਪੈਸੀਜ਼ ਲਿਮਿਟਡ, ਇਹਦੇ ਨਾਲ ਬਾਕੀ ਉਸ ਇਲਾਕੇ ਦੇ ਵਿੱਚ ਪਾਈਆਂ ਜਾਣ ਵਾਲੇ ਰੁੱਖ ਕਿਸਮਾਂ ਦੀਆਂ ਜਾਤੀਆਂ ਜਿਹੜੀਆਂ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ, ਮਤਲਬ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕਿਉਂਕਿ ਜਦੋਂ ਆਪਾਂ ਇੱਕ ਰੁੱਖ ਕੱਟ ਕੇ ਉਹਦੀ ਜਗ੍ਹਾ 'ਤੇ ਦੂਸਰਾ ਲਗਾ ਲਾਂਗੇ ਤਾਂ ਉਹਦੀ ਹੁਣ ਜੜ੍ਹ ਜਿਹੜੀ ਆ ਉਹ ਦੁਬਾਰਾ ਥੋੜ੍ਹੀ ਪੁੰਗਰੇਗੀ, ਕਿਉਂਕਿ ਉਹਦੇ ਉੱਪਰ ਦੂਸਰਾ ਰੁੱਖ ਲੱਗ ਚੁੱਕਾ ਹੈ। ਅਤੇ ਜਦੋਂ ਹੁਣ ਪਹਿਲੇ ਰੁੱਖ ਨੇ ਸਾਨੂੰ ਮੁਨਾਫਾ ਘੱਟ ਦਿੱਤਾ ਅਤੇ ਨਵਾਂ ਜੋ ਰੁੱਖ ਲਗਾਇਆ ਸੀ ਉਹਨੇ ਸਾਨੂੰ ਮੁਨਾਫਾ ਜ਼ਿਆਦਾ ਦਿੱਤਾ। ਇਸ ਕਰਕੇ ਆਸ-ਪਾਸ ਜਿੰਨੇ ਵੀ ਪੁਰਾਣੇ ਹੋਏ ਟਰੀ ਸੀ ਉਹਨਾਂ ਸਾਰਿਆਂ ਨੂੰ ਕੱਟ ਕਰਨ ਤੋਂ ਬਾਅਦ ਨਿਊ ਟਾਈਪਸ ਦੇ ਟਰੀਸ ਜੋ ਕਿ ਐਕਸਪੈਂਸਿਵ ਸੀ, ਉਹਨਾਂ ਦੇ ਵੁੱਡ ਐਕਸਪੈਂਸਿਵ ਸੀ, ਉਹਨਾਂ ਦੇ ਪ੍ਰੋਡਕਟ ਐਕਸਪੈਂਸਿਵ ਸੀ, ਉਹਨਾਂ ਦੀ ਗਰੋਥ ਕਰਨੀ ਸ਼ੁਰੂ ਕਰ ਦਿੱਤੀ ਗਈ। ਫॉर ਇੰਸਟੈਂਸ ਟੀਕ ਮੋਨੋਕਲਚਰਸ ਐਂਡ ਡੈਮੇਜ ਦਾ ਨੈਚੁਰਲ ਫੋਰੈਸਟ ਇਨ ਸਾਊਥ ਇੰਡੀਆ। ਅੱਗੇ ਉਹਨਾਂ ਨੇ ਕੁਛ ਸਾਨੂੰ ਐਗਜ਼ਾਮਪਲਸ ਦਿੱਤੀਆਂ ਹੈ ਜਿਨ੍ਹਾਂ ਟਰੀਸ ਨੂੰ ਆਪਾਂ ਰਿਪਲੇਸ ਕੀਤਾ ਗਿਆ ਹੈ। ਇਹ ਸਾਰੇ ਟਰੀਸ ਦੇ ਨੇਮ ਆ, ਇਹਨਾਂ ਰੀਡ ਕਰ ਲੈਣਾ। ਸੈਕੰਡ ਰੀਜਨ ਸਾਡੇ ਕੋਲ ਹੁਣ ਉਹਨਾਂ ਇੱਥੇ ਡਿਸਕਸ ਕੀਤਾ ਕਿ ਡਿਵੈਲਪਮੈਂਟ ਪ੍ਰੋਜੈਕਟ ਹੈਵ ਆਲਸੋ ਕੰਟਰੀਬਿਊਟ ਸਿਗਨੀਫਿਕੈਂਟ ਟੂ ਦਾ ਲੋਸ ਆਫ ਦਾ ਫੋਰੈਸਟ। ਕਿ ਡਿਵੈਲਪਮੈਂਟ ਪ੍ਰੋਜੈਕਟ ਅਸੀਂ ਜੰਗਲਾਂ ਨੂੰ ਕੱਟ ਕੇ ਉਸ ਕੋਈ ਫੈਕਟਰੀ ਬਣਾਉਣੀ ਆ, ਕੋਈ ਡੈਮ ਵਗੈਰਾ ਬਣਾਉਣਾ ਸ਼ੁਰੂ ਕਰ ਦਿੱਤਾ, ਜਾਂ ਕੋਈ ਕਾਰਖਾਨਾ ਲਗਾਇਆ, ਕੋਈ ਬਿਲਡਿੰਗਸ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਾਂ ਗੌਰਮੈਂਟ ਆਫਿਸ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਸਾਰਿਆਂ ਦੀ ਡਿਵੈਲਪਮੈਂਟ ਦੇ ਨਾਲ ਵੀ ਜੰਗਲਾਂ ਦੀ ਕਟਾਈ, ਜੰਗਲ ਕੱਟੇ ਜਾਂਦੇ ਆ, ਉਹਨਾਂ ਨੂੰ ਉਸਾਰਿਆ ਜਾਂਦਾ ਹੈ। ਇਹਨਾਂ ਸਾਰਿਆਂ ਦੇ ਨਾਲ ਵੀ ਫੋਰੈਸਟਡ ਏਰੀਆ ਜਿਹੜਾ ਉਹ ਡਿਕਰੀਜ਼ ਹੋ ਜਾਂਦਾ ਹੈ। Since the 1951 over the 5,000 square kilometer of forest was cleared for the river valley projects। 1951 ਤੋਂ ਲੈ ਕੇ ਕਹਿੰਦੇ 5,000 ਸਕੁਆਇਰ ਕਿਲੋਮੀਟਰ ਜੰਗਲ ਦਾ ਏਰੀਆ ਰਿਵਰ ਵੈਲੀ ਮਤਲਬ ਨਦੀਆਂ ਦੇ ਕੋਲ ਇਲਾਕੇ ਵਸਾਉਣ ਵਾਸਤੇ ਇਹ ਪ੍ਰੋਜੈਕਟ ਜੋ ਤਿਆਰ ਕੀਤਾ ਗਿਆ ਕਿ ਜਿੰਨੇ ਵੀ ਇਲਾਕੇ ਜਿਸ ਤਰ੍ਹਾਂ ਯਮੁਨਾ ਨਦੀ ਦੇ ਕਿਨਾਰੇ ਦਿੱਲੀ ਸ਼ਹਿਰ ਜਿਹੜਾ ਵਾ ਐਸਟੈਬਲਿਸ਼ ਕੀਤਾ ਗਿਆ ਹੈ, ਇਸ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕਰਨ ਵਾਸਤੇ ਫੋਰੈਸਟ ਏਰੀਆ ਨੂੰ ਕੱਟ ਦਿੱਤਾ ਗਿਆ। ਕਲੀਅਰਿੰਗ ਆਫ ਫੋਰੈਸਟ ਇਜ ਸਟਿਲ ਕੰਟੀਨਿਊ ਵਿਦ ਦਾ ਪ੍ਰੋਜੈਕਟ ਲਾਈਕ ਦਾ ਨਰਮਦਾ ਸਾਗਰ ਪ੍ਰੋਜੈਕਟ। ਅਜੇ ਤੱਕ ਵੀ ਕਹਿੰਦੇ ਬਹੁਤ ਸਾਰੇ
ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜੰਗਲ ਦੀ ਕਟਾਈ ਜਿਹੜੀ ਜਾਰੀ ਆ ਕੁਛ ਪ੍ਰੋਜੈਕਟ ਦੇ ਨਾਮ 'ਤੇ, ਜਿਵੇਂ ਕਿ ਕਹਿੰਦੇ ਇੱਕ ਨਰਮਦਾ ਸਾਗਰ ਪ੍ਰੋਜੈਕਟ ਦੇ ਨਾਮ 'ਤੇ ਮੱਧ ਪ੍ਰਦੇਸ਼ ਦੇ ਵਿੱਚ ਤਕਰੀਬਨ 40,000 ਸਕੁਆਇਰ ਕਿਲੋਮੀਟਰ ਫੋਰੈਸਟ ਜਿਹੜਾ 40,000 ਹੈਕਟੇਅਰ ਆਫ ਫੋਰੈਸਟ ਜਿਹੜਾ ਉਹਦੇ ਉੱਪਰ ਇੱਕ ਡੈਮ ਬਣਾਉਣ ਦੀ ਯੋਜਨਾ ਹੈ। ਜਦੋਂ ਵੀ ਕਹਿੰਦੇ ਇਹ ਡੈਮ ਬਣ ਗਿਆ ਉਦੋਂ ਅਸੀਂ ਮੰਨ ਲਵਾਂਗੇ ਜਾਂ ਕਿਹਾ ਜਾ ਸਕਦਾ 40,000 ਸਕੁਆਇਰ ਮੀਟਰ ਹੈਕਟੇਅਰ ਫੋਰੈਸਟ ਦੇ ਉੱਪਰ ਪਾਣੀ ਫਿਰ ਗਿਆ। ਮਤਲਬ ਇਹ ਸਾਰੇ ਇਲਾਕੇ ਦੇ ਵਿੱਚ ਹੁਣ ਇੱਕ ਡੈਮ ਦਾ ਪਾਣੀ ਹੋ ਗਿਆ, ਇੱਥੋਂ ਸਾਰੇ ਰੁੱਖ ਵਗੈਰਾ ਕੱਟ ਲਏ ਜਾਣਗੇ। ਮਾਈਨਿੰਗ ਇਜ਼ ਅਨਦਰ ਇੰਪੋਰਟੈਂਟ ਫੈਕਟਰ ਬਿਹਾਈਂਡ ਦਾ ਡਿਫੋਰੈਸਟੇਸ਼ਨ। ਕਹਿੰਦੇ ਇਸ ਤੋਂ ਇਲਾਵਾ ਮਾਈਨਿੰਗ ਮਤਲਬ ਖੁਦਾਈ ਕਰਨ, ਥੱਲੇ ਆਪਣੇ ਜੋ ਵੀ ਮਿਨਰਲਸ ਵਗੈਰਾ ਦੱਬੇ ਆ ਉਹਨਾਂ ਨੂੰ ਬਾਹਰ ਕੱਢਣ ਦੇ ਪ੍ਰੋਸੈਸ ਨੂੰ ਆਪਾਂ ਮਾਈਨਿੰਗ ਕਹਿੰਦੇ ਹਾਂ। ਮਾਈਨਿੰਗ ਕਹਿੰਦੇ ਇੱਕ ਵੱਖਰਾ ਪ੍ਰੋਸੈਸ ਹੈ ਜਿਹਦੇ ਨਾਲ ਡਿਫੋਰੈਸਟੇਸ਼ਨ, ਜਿਹਦੇ ਨਾਲ ਜੰਗਲਾਂ ਦੀ ਕਟਾਈ ਤੋਂ ਬਿਨਾਂ ਸਾਡੇ ਐਨਵਾਇਰਨਮੈਂਟ ਵਿੱਚ ਕੋਈ ਫਰਕ ਪੈਂਦਾ ਹੈ। ਮਤਲਬ ਇਹਦੇ ਕਾਰਨ ਵੀ ਜੀਵ ਜਾਤੀਆਂ ਦੀਆਂ ਜਾਂ ਕੁਛ ਪੰਛੀਆਂ ਦੀਆਂ, ਐਨੀਮਲਸ ਦੀਆਂ ਸਪੈਸੀਜ਼ ਹੈ ਜਿਹੜੀਆਂ ਅਲੋਪ ਹੋ ਜਾਂਦੀਆਂ। ਜਿਵੇਂ ਕਿ ਦਾ ਬਕਸਰ ਟਾਈਗਰ ਰਿਜ਼ਰਵ ਇਨ ਦਾ ਵੈਸਟ ਬੰਗਾਲ ਇਜ਼ ਸੀਰੀਅਸਲੀ ਥ੍ਰੈਟਨਡ ਬਾਏ ਦਾ ਔਨਗੋਇੰਗ ਡੋਲਮਾਈਟ ਮਾਈਨਿੰਗ। ਕਹਿੰਦੇ ਜਿਵੇਂ ਕਿ ਵੈਸਟ ਬੰਗਾਲ ਦੇ ਵਿੱਚ ਬਕਸਾ ਟਾਈਗਰ ਰਿਜ਼ਰਵ ਮਤਲਬ ਇਹ ਗੌਰਮੈਂਟ ਵੱਲੋਂ ਇੱਕ ਰਿਜ਼ਰਵ ਇਲਾਕਾ ਕੀਤਾ ਹੁੰਦਾ ਹੈ, ਜਿਹਦੇ ਵਿੱਚ ਆਪਾਂ ਨੂੰ ਕੋਈ ਵੀ ਆਮ ਪੀਪਲ ਨੂੰ ਐਕਟੀਵਿਟੀ ਕਰਨ ਦੇ ਉੱਪਰ ਪ੍ਰੋਹਿਬਿਸ਼ਨ ਰੋਕ ਲਗਾਈ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਕਹਿੰਦੇ ਹੁਣ ਡੋਲਮਾਈਟ ਇੱਕ ਪ੍ਰੋਡਕਟ ਦਾ ਨਾਮ, ਮਿਨਰਲ ਦਾ ਨੇਮ ਹੈ, ਜੋ ਕਿ ਕਾਰਬੋਨੇਟ ਕੈਲਸ਼ੀਅਮ ਪਲੱਸ ਮੈਗਨੀਸ਼ੀਅਮ ਨੂੰ ਮਿਲ ਕੇ ਬਣਿਆ ਹੁੰਦਾ ਹੈ। ਇਸ ਮਿਨਰਲ ਦੀ ਖੁਦਾਈ ਵਾਸਤੇ, ਮਾਈਨਿੰਗ ਵਾਸਤੇ ਲਗਾਤਾਰ ਕਹਿੰਦੇ ਕੰਮ ਜਾਰੀ ਆ। ਇਹਦੇ ਨਾਲ ਪ੍ਰੋਬਲਮ ਕੀ ਆਉਂਦੀ ਪਈ ਹੈ, ਇਟ ਹੈਡ ਡਿਸਟਰਬ ਦਾ ਨੈਚੁਰਲ ਹੈਬਿਟੇਟ ਆਫ ਮੈਨੀ ਸਪੈਸੀਜ਼। ਕਿ ਕਹਿੰਦੇ ਜਦੋਂ ਅਸੀਂ ਲਗਾਤਾਰ ਖੁਦਾਈ ਕਰੀ ਜਾ ਰਹੇ ਹਾਂ, ਇਹਦੇ ਨਾਲ ਉਸ ਇਲਾਕੇ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਜੀਵ ਜੰਤੂਆਂ ਦਾ ਹੈਬਿਟੇਟ, ਰਹਿਣ ਵਾਲਾ ਏਰੀਆ ਡਿਸਟਰਬ ਹੋਇਆ ਹੈ। ਉੱਥੇ ਪੋਲਿਊਸ਼ਨ ਇਨਕਰੀਜ਼ ਹੋ ਚੁੱਕਾ ਹੈ, ਜਾਂ ਵੱਡੇ ਮਾਈਨਿੰਗ ਦਾ ਕਰਕੇ ਵੱਡੇ ਖੱਡੇ ਪੈ ਚੁੱਕੇ ਆ, ਜਿਨ੍ਹਾਂ ਥਾਣੀ ਐਨੀਮਲਸ ਨੂੰ ਜਿਹੜਾ ਕ੍ਰੋਸ ਕਰਕੇ ਦੂਸਰੇ ਇਲਾਕੇ ਦੇ ਵਿੱਚ ਮਾਈਗ੍ਰੇਸ਼ਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਕੁਛ ਐਨੀਮਲਸ ਅਜਿਹੇ ਹੁੰਦੇ ਆ ਕਿ ਸੀਜ਼ਨ ਦੇ ਅਨੁਸਾਰ ਕਿਸੇ ਏਰੀਏ ਦੇ ਵਿੱਚ ਰਹਿ ਲੈਂਦੇ ਆ। ਅਗਰ ਉਹਨਾਂ ਦੇ ਅਨੁਸਾਰ ਸੀਜ਼ਨ ਚੇਂਜ ਹੁੰਦਾ ਹੈ, ਜਦੋਂ ਮਤਲਬ ਉਹ ਵਿੰਟਰ ਸੀਜ਼ਨ ਵਿੱਚ ਰਹਿਣ ਵਾਲੇ ਆ, ਔਰ ਜਦੋਂ ਸਮਰ ਸੀਜ਼ਨ ਦੇ ਵਿੱਚ ਉਹ ਫਿਰ ਦੂਸਰੇ ਇਲਾਕੇ ਦੇ ਵਿੱਚ ਮੂਵ ਕਰ ਜਾਂਦੇ ਜਿੱਥੇ ਵਿੰਟਰ ਸੀਜ਼ਨ ਜਾਂ ਟੈਂਪਰੇਚਰ ਡਿਕਰੀਜ਼ ਹੋ ਜਾਂਦਾ ਹੈ। ਸੋ ਅਗਰ ਇਹਨਾਂ ਦੇ ਹੁਣ ਰਸਤਾ ਨੂੰ ਬਲੌਕ ਕਰ ਦਿੱਤਾ ਜਾਵੇ, ਖੱਡਾਂ ਪੁੱਟੀਆਂ ਹੋਣ, ਜਾਂ ਇਹਨਾਂ ਦਾ ਰਹਿਣ ਸਹਿਣ ਦਾ ਏਰੀਆ ਡਿਸਟਰਬ ਕਰ ਦਿੱਤਾ, ਉੱਥੇ ਜੰਗਲ ਹੀ ਨਾ ਹੋਣ, ਅਤੇ ਇਹਨਾਂ ਕਾਰਨਾਂ ਦੇ ਕਰਕੇ ਇਹਨਾਂ ਨੂੰ ਦੂਸਰੇ ਇਲਾਕੇ ਦੇ ਵਿੱਚ ਜਾਣ ਵਾਸਤੇ, ਮਾਈਗ੍ਰੇਸ਼ਨ ਵਾਸਤੇ ਪ੍ਰੋਬਲਮ ਹੁੰਦੀ ਹੈ। ਔਰ ਜਦੋਂ ਇਹਨਾਂ ਨੂੰ ਆਪਣਾ ਫਿਰ ਹੈਬਚੁਅਲ ਏਰੀਆ ਨਹੀਂ ਪ੍ਰਾਪਤ ਹੁੰਦਾ, ਹੌਲੀ ਇਹਨਾਂ ਦੀ ਡੈਥ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਨਾਲ ਦੀ ਨਾਲ ਇਹਨਾਂ ਸਪੈਸੀਜ਼ ਫਿਰ ਟਾਈਮ ਪਾ ਕੇ ਬਿਲਕੁਲ ਹੀ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ। ਕਿਉਂਕਿ ਆਪਾਂ ਅਰਥ ਪਲੈਨਟ ਦੇ ਉੱਪਰ ਰਹਿੰਦੇ ਪਏ ਹਾਂ, ਸਾਡਾ ਇੱਥੇ ਰਹਿਣ ਵਾਸਤੇ ਟੈਂਪਰੇਚਰ ਆਪਾਂ 50 ਡਿਗਰੀ ਸੈਲਸੀਅਸ ਔਰ 55 ਡਿਗਰੀ ਸੈਲਸੀਅਸ ਤੱਕ ਕਿਸੇ ਨਾ ਕਿਸੇ ਤਰ੍ਹਾਂ ਸਰਵਾਈਵ ਕਰ ਲਾਂਗੇ। ਅਗਰ ਇਸ ਤੋਂ ਉੱਪਰ ਸਾਡੀ ਅਰਥ ਪਲੈਨਟ ਦਾ ਟੈਂਪਰੇਚਰ ਜਾਣਾ ਸ਼ੁਰੂ ਹੋ ਜੇ, ਮਤਲਬ ਇਹਦੇ ਵਾਸਤੇ ਫਿਰ ਇਹਦਾ ਰਿਜ਼ਲਟ ਇਹ ਹੋਵੇਗਾ ਕਿ ਅਰਥ ਸਾਡੇ ਰਹਿਣ ਦੇ ਯੋਗ ਨਹੀਂ ਰਹੇਗੀ, ਏਬਲ ਨਹੀਂ ਹੋਗੀ, ਕਿਉਂਕਿ ਆਪਾਂ ਇੰਨੇ ਟੈਂਪਰੇਚਰ ਵਿੱਚ ਸਰਵਾਈਵ ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਨਹੀਂ ਸਰਵਾਈਵ ਕਰ ਸਕਦੇ, ਐਨੀਮਲਸ ਵਾਸਤੇ ਆਪਣਾ ਹੈਬਚੁਅਲ ਏਰੀਆ, ਆਪਣਾ ਉਹਨਾਂ ਦਾ ਹੈਬਿਟੇਟ ਏਰੀਆ, ਅਗਰ ਉਸ ਏਰੀਏ ਨੂੰ ਆਪਾਂ ਨਾ ਰਹਿਣ ਦੇਵਾਂਗੇ, ਅਤੇ ਫਿਰ ਉਸ ਇਲਾਕੇ ਦੇ ਵਿੱਚ ਪਾਈਆਂ ਜਾਣਗੀਆਂ ਐਨੀਮਲਸ ਔਰ ਫੋਰੈਸਟ ਸਪੈਸੀਜ਼ ਆ ਜਿਹੜੀਆਂ ਉਹ ਹੌਲੀ ਅਲੋਪ ਹੋ ਜਾਣਗੀਆਂ। ਨੈਕਸਟ ਮੈਨੀ ਫੋਰੈਸਟ ਐਂਡ ਦਾ ਐਨਵਾਇਰਮੈਂਟਲਿਸਟ ਹੋਲਡ ਦਾ ਵਿਊ ਡੈਟ the greatest degrading factors behind the depletion of the forest resources are grazing and the fuel wood collection। ਕਹਿੰਦੇ ਬਹੁਤ ਸਾਰੇ ਕੁਛ ਵਾਤਾਵਰਨ ਪ੍ਰੇਮੀ ਇਹ ਮੰਨਦੇ ਆ ਕਿ ਲਗਾਤਾਰ ਡਿਗਰੇਡਿੰਗ ਕੁਛ ਜੰਗਲਾਂ ਦੇ ਪਤਨ ਦਾ ਕਾਰਨ ਇਹ ਆ ਕਿ ਲੋਕ ਇਹਨਾਂ ਦੇ ਵਿੱਚੋਂ ਲੱਕੜੀ ਇਕੱਠੀ ਕਰਦੇ ਆ ਅਤੇ ਇੱਥੇ ਪਸ਼ੂ ਚਰਾਉਣ ਆ ਜਾਂਦੇ ਆ। ਲਗਾਤਾਰ ਪਸ਼ੂ ਚਰਾਉਣ ਦੇ ਨਾਲ ਜੰਗਲਾਂ ਦਾ ਪਤਨ ਹੁੰਦਾ ਹੈ। ਇਹਦੇ ਨਾਲ ਲਗਾਤਾਰ ਪਸ਼ੂ ਚਰਾਉਣ ਦੇ ਨਾਲ ਬੇਸ਼ੱਕ ਵੱਡੇ ਜਿਹੜੇ ਰੁੱਖ ਆ ਉਹਨਾਂ ਨੂੰ ਤਾਂ ਕੋਈ ਫਰਕ ਨਾ ਪਵੇ, ਪਰ ਵੱਡੇ ਰੁੱਖਾਂ ਦੇ ਨੀਚੇ ਜਿਹੜਾ ਵਾ ਛੋਟੇ ਰੁੱਖ ਉੱਗੇ ਹੁੰਦੇ ਆ, ਨਵੇਂ ਰੁੱਖ ਉੱਗਦੇ ਆ, ਉਹ ਜਿਹੜੇ ਬਿਲਕੁਲ ਦੱਬੇ ਕੁਚਲੇ ਜਾਂਦੇ ਆ, ਅਤੇ ਰੁੱਖ ਜਿਹੜਾ ਨਵਾਂ ਟਰੀ ਜਿਹੜਾ ਗਰੋ ਨਹੀਂ ਕਰਦਾ। ਔਰ ਕੁਛ ਲੋਕ ਆਪਣੇ ਸਿੱਕਲ ਵਗੈਰਾ ਦੀ ਹੈਲਪ ਦੇ, ਦਾਤਰੀ ਵਗੈਰਾ ਦੀ ਹੈਲਪ ਦੇ ਨਾਲ
ਉੱਪਰਲੇ ਜਿਹੜੇ ਵੱਡੇ ਰੁੱਖ ਆ ਉਹਨਾਂ ਦੇ ਲੀਵਸ ਵਗੈਰਾ ਬ੍ਰਾਂਚਿਸ ਵਗੈਰਾ ਕੱਟ ਕੇ ਜਿਹੜਾ ਵਾ ਲਗਾਤਾਰ ਕੱਟਣ ਦਾ ਕਰਕੇ ਉਸ ਰੁੱਖ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦੇ ਸਕਦੇ ਆ, ਜਾਂ ਉਸ ਪੂਰੇ ਟਰੀ ਨੂੰ ਕੱਟ ਕੇ ਆਪਣਾ ਫਿਊਲ ਦੇ ਤੌਰ 'ਤੇ ਵਰਤਣਾ ਸ਼ੁਰੂ ਕਰ ਸਕਦੇ ਆ। ਇਹਨਾਂ ਕਾਰਨਾਂ ਦੇ ਕਰਕੇ ਡਿਗਰੇਡੇਸ਼ਨ ਫੋਰੈਸਟ ਦਾ ਪਤਨ ਹੁੰਦਾ ਹੈ। Next, though there may be some substances in their argument, yet the fact remains that a substantial part of the fuel fodder demand is met by the lopping rather than by the felling entire trees। ਕਹਿੰਦੇ ਇੱਕ ਰੁੱਖ ਨੂੰ ਪੂਰਾ ਕੱਟਣ ਦੀ ਬਜਾਏ ਜੇਕਰ ਸਾਨੂੰ ਕਿਸੇ ਰੁੱਖ ਦਾ ਬਾਲਣ ਚਾਹੀਦਾ ਹੈ, ਅਤੇ ਉਸ ਰੁੱਖ ਨੂੰ ਪੂਰਾ ਕੱਟਣ ਦੀ ਬਜਾਏ ਸਾਨੂੰ ਉਹਦੀਆਂ ਛੋਟੀਆਂ ਛੋਟੀਆਂ ਲੋਪਿੰਗ, ਮਤਲਬ ਜਿਸ ਤਰ੍ਹਾਂ ਆਪਾਂ ਰੁੱਖ ਛਾਂਗ ਲੈਂਦੇ ਹਾਂ, ਕਹਿੰਦੇ ਇਹਦੀਆਂ ਛੋਟੀਆਂ ਛੋਟੀਆਂ ਬ੍ਰਾਂਚਿਸ, ਟਵਿਕਸ ਵਗੈਰਾ ਜਾਂ ਇਹਦੇ ਲੀਵਸ ਵਗੈਰਾ ਜਿਹੜਾ ਕੱਟ ਕੇ ਆਪਣਾ ਵਰਕ ਕਰ ਲੈਣਾ ਚਾਹੀਦਾ, ਆਪਣੀ ਨੀਡ ਪੂਰੀ ਕੰਪਲੀਟ ਕਰ ਲੈਣੀ ਚਾਹੀਦੀ ਹੈ, ਨਾ ਕਿ ਸਾਨੂੰ ਪੂਰਾ ਰੁੱਖ ਕੱਟ ਲੈਣਾ ਚਾਹੀਦਾ ਹੈ। ਦਾ ਫੋਰੈਸਟ ਇਕੋਸਿਸਟਮ ਆਰ repositories of the some of the country's most valuable forest product, mineral and other resources that meet the demand of the rapidly expanding industrial urban economy। ਕਹਿੰਦੇ ਜੰਗਲ ਇੱਕ ਅਜਿਹਾ ਸਟੋਰ ਹਾਊਸ ਹੈ ਰੈਸਪੋਸਟੋਰੀਸ ਹੁੰਦਾ ਵਾ ਜੋ ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਹੋਵੇ। ਕਹਿੰਦੇ ਜੰਗਲ ਇੱਕ ਅਜਿਹਾ ਸਟੋਰ ਹਾਊਸ ਆ ਜਿਹੇ ਇਹਦੇ ਵਿੱਚ ਪ੍ਰੋਡਕਟ ਪਾਏ ਜਾਂਦੇ ਆ ਜਿਹਦੇ ਅਨੁਸਾਰ ਅਸੀਂ ਤੇਜ਼ੀ ਨਾਲ ਇੰਡਸਟਰੀ ਦੀਆਂ ਸ਼ਹਿਰੀ ਇਲਾਕੇ ਦੇ ਵਿੱਚ ਵੱਧ ਰਹੀਆਂ ਲੋੜਾਂ ਨੂੰ, ਇਕੋਨਮੀ ਨੂੰ ਆਪਣਾ ਮਤਲਬ ਆਰਥਿਕ ਸਿਚੁਏਸ਼ਨ ਸਟਰੋਂਗ ਕਰਨ ਵਾਸਤੇ ਇਹ ਤੋਂ ਪ੍ਰੋਡਕਟ ਲੈ ਕੇ ਵਰਤ ਸਕਦੇ ਹਾਂ। ਦੀਜ ਪ੍ਰੋਟੈਕਟਡ ਏਰੀਆਸ ਦਾ ਮੀਨ ਦਾ ਡਿਫਰੈਂਟ ਥਿੰਗਸ ਟੂ ਦਾ ਡਿਫਰੈਂਟ ਪੀਪਲ। ਕਹਿੰਦੇ ਇਸ ਕਰਕੇ ਇਹ ਜੰਗਲ, ਇਹ ਸੁਰੱਖਿਅਤ ਇਲਾਕੇ ਹਰ ਇੱਕ ਆਦਮੀ ਵਾਸਤੇ ਆਪਣੇ ਤੌਰ 'ਤੇ ਜਿਹੜਾ ਕੰਮ ਕਰਦਾ, ਜਾਂ ਇਹਨਾਂ ਇੱਕ ਅਲੱਗ-ਅਲੱਗ ਆਦਮੀਆਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਸਾਧਨ ਦਾ ਕੰਮ ਕਰਦੇ ਆ। ਜਿਹੜੇ ਇੱਥੇ ਲਾਗੇ ਰਹਿੰਦੇ ਆ ਉਹਨਾਂ ਵਾਸਤੇ ਇਹ ਸਾਧਨ ਦਾ ਕੰਮ ਹੈ ਕਿ ਇੱਥੋਂ ਆਪਣੇ ਫਿਊਲ ਵਗੈਰਾ ਵਾਸਤੇ ਵੁੱਡ ਵਗੈਰਾ ਲੈ ਲੈਂਦੇ ਆ, ਕੋਈ ਫਰੂਟਸ, ਕੋਈ ਇਹਦੀਆਂ ਰੂਟਸ ਵਗੈਰਾ, ਲੀਵਸ ਵਗੈਰਾ ਯੂਜ਼ ਕਰ ਲੈਂਦੇ ਆ ਫੋਡਰ ਵਾਸਤੇ, ਆਪਣੇ ਜਿਹੜਾ ਡਾਈਟ ਵਾਸਤੇ। ਔਰ ਜਿਹੜੇ ਇੰਡਸਟਰੀਅਲ ਏਰੀਆ ਦੇ ਪੀਪਲ ਆ ਉਹਨਾਂ ਵਾਸਤੇ ਇਹ ਸਾਧਨ ਕਿ ਇੱਥੋਂ ਦੀ ਲੱਕੜੀ ਵਗੈਰਾ ਕੱਟ ਕੇ, ਵੱਢ ਕੇ ਇਹਨਾਂ ਨੂੰ ਟਰੇਡ ਕੀਤਾ ਜਾ ਸਕਦਾ ਵਾ, ਜਾਂ ਇਹਨੂੰ ਆਪਾਂ ਬਿਲਡਿੰਗ ਵਰਕ ਵਾਸਤੇ, ਇਨਫਰਾਸਟਰਕਚਰ ਤਿਆਰ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ। ਨੈਕਸਟ, ਐਂਡ ਦੇਅਰ ਇਨ ਲਾਈਸ ਦਾ ਫਰਟਾਈਲ ਗਰਾਊਂਡ ਫਾਰ ਦਾ ਕੌਨਫਲਿਕਟ। ਕਹਿੰਦੇ ਜਦੋਂ ਹਰੇਕ ਲਈ ਇਹੀ ਫੋਰੈਸਟ ਅਲੱਗ-ਅਲੱਗ ਤਰ੍ਹਾਂ ਇੱਕ ਸਾਧਨ ਦਾ ਕੰਮ ਕਰਦੇ ਆ, ਇਸ ਕਰਕੇ ਹਰੇਕ ਵੱਲੋਂ ਜਿਹੜਾ ਵਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਸੋਰਸਿਸ ਨੂੰ ਵੱਧ ਤੋਂ ਵੱਧ ਯੂਜ਼ ਕੀਤਾ ਜਾਂਦਾ, ਜੋ ਅਕਸਰ ਇੱਕ ਕੌਨਫਲਿਕਟ, ਇੱਕ ਝਗੜੇ ਦਾ ਕਾਰਨ ਬਣ ਜਾਂਦਾ ਲੋਕਾਂ ਦੇ ਆਪਸ ਵਿੱਚ ਹੀ। ਨੈਕਸਟ, ਦਾ ਹਿਮਾਲयन ਜੂ ਇਨ ਦਾ ਟਰਬਲ। ਹਿਮਾਲयन ਜੂ ਇਜ਼ ਏ ਮੈਡੀਸਿਨਲ ਪਲਾਂਟ, ਇੱਕ ਦਵਾਈ ਦੇ ਤੌਰ 'ਤੇ, ਜੜੀ ਬੂਟੀਆਂ ਦੇ ਤੌਰ 'ਤੇ ਵਰਤੇ ਜਾਣ ਵਾਲਾ ਇੱਕ ਪਲਾਂਟ ਹੈ। ਫਾਊਂਡ ਇਨ ਦਾ ਵੇਰੀਅਸ ਪਾਰਟਸ ਆਫ ਹਿਮਾਚਲ ਪ੍ਰਦੇਸ਼ ਐਂਡ ਦਾ ਅਰੁਣਾਚਲ ਪ੍ਰਦੇਸ਼। ਇਹ ਕੈਮੀਕਲ ਕੰਪਾਊਂਡ ਕਾਲਡ ਦਾ ਟੈਕਸਲ ਇਜ਼ ਦਾ ਐਕਸਟਰੈਕਟਡ ਫਰੋਮ ਦਾ ਬਾਰਕ। ਬਾਰਕ ਹੁੰਦਾ ਵਾ ਰੁੱਖ ਦੀ ਬਾਹਰਲੀ ਜਿਹੜੀ ਛਿੱਲੜ ਹੁੰਦੀ ਪਰਤ, ਉਹਨੂੰ ਬੋਲਦੇ ਹਾਂ। ਟੈਕਸਲ ਇਜ਼ ਐਕਸਟਰੈਕਟਡ ਫਰੋਮ ਦਾ ਬਾਰਕ, ਨੀਡਲ, ਟਵਿਕਸ ਐਂਡ ਦਾ ਰੂਟਸ ਆਫ ਦਿਸ ਟਰੀ, ਐਂਡ ਇਟ ਹੈਜ਼ ਬੀਨ ਦਾ ਸਕਸੈਸਫੁਲੀ ਯੂਜ਼ ਟੂ ਟ੍ਰੀਟ ਸਮ ਕੈਂਸਰ। ਕਹਿੰਦੇ ਇਸ ਰੁੱਖ ਦੇ ਵਿੱਚੋਂ ਨਿਕਲਣ ਵਾਲਾ ਇੱਕ ਪਦਾਰਥ ਟਕਸੋਲ, ਇਹਦੀਆਂ ਆਪਾਂ ਨੀਡਲਸ ਦੇ ਵਿੱਚੋਂ, ਬਾਰਕ ਦੇ ਵਿੱਚੋਂ ਜਾਂ ਛੋਟੀਆਂ ਟਹਿਣੀਆਂ ਵਿੱਚੋਂ, ਇਹਦੀਆਂ ਜੜ੍ਹਾਂ ਦੇ ਵਿੱਚੋਂ ਕੱਢਦੇ ਹਾਂ, ਉਹਨੂੰ ਕੈਂਸਰ ਦਾ, ਕਈ ਤਰ੍ਹਾਂ ਦੇ ਕੈਂਸਰ ਦਾ ਇਲਾਜ ਕਰਨ ਵਾਸਤੇ ਵਰਤਿਆ ਜਾਂਦਾ ਹੈ। ਦਾ ਸਪੈਸੀਸ ਅੰਡਰਗ੍ਰੇਡ ਦਾ ਥ੍ਰੈਟ ਡਿਊ ਟੂ ਦਾ ਓਵਰ ਐਕਸਪਲੋਟੇਸ਼ਨ। ਕਹਿੰਦੇ ਹੁਣ ਜਦੋਂ ਇਸ ਨੂੰ ਕਈ ਤਰ੍ਹਾਂ ਦੇ ਕੈਂਸਰ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ, ਪਤਾ ਲੱਗ ਗਿਆ ਮਨੁੱਖ ਨੂੰ ਕਿ ਇਹਦੇ ਨਾਲ ਅਸੀਂ ਕੈਂਸਰ ਦਾ ਇਲਾਜ ਕਰ ਸਕਦੇ ਹਾਂ। ਹੁਣ ਕਹਿੰਦੇ ਆਪਣੀ ਨੀਡ ਪੂਰੀ ਕਰਨ ਵਾਸਤੇ ਮਨੁੱਖ ਨੇ ਇਸ ਰੁੱਖ ਦਾ ਵੱਧ ਤੋਂ ਵੱਧ ਜਿਹੜਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਅਨੁਸਾਰ ਇਸ ਦੀ ਵੀ ਹੋਂਦ ਵਾਸਤੇ ਇੱਕ ਖਤਰਾ ਪੈਦਾ ਹੋ ਗਿਆ ਕਿ ਅਸੀਂ ਆਪਣੀ ਲੋੜ ਪੂਰੀ ਕਰਨ ਲਈ ਇਹਨੂੰ ਵੱਧ ਤੋਂ ਵੱਧ ਕੱਟੀ 'ਤੇ ਜਾ ਰਹੇ ਹਾਂ, ਪਰ ਉਹਨੇ ਪਿੱਛੇ ਇਸ ਸੇਮ ਕਿਸਮ ਦੇ, ਸੇਮ ਟਾਈਪ ਦੇ ਟਰੀਸ ਗਰੋ ਨਹੀਂ ਕੀਤੇ। In the last one decade, thousands of the new trees have dried up in the various parts of ਹਿਮਾਚਲ ਪ੍ਰਦੇਸ਼ ਐਂਡ ਅਰੁਣਾਚਲ ਪ੍ਰਦੇਸ਼। ਪਿਛਲੇ ਕਹਿੰਦੇ ਇੱਕ ਦਹਾਕੇ ਤੋਂ ਹਜ਼ਾਰਾਂ ਨਿਊ ਟਰੀਸ ਹੈ ਜੋ ਹਿਮਾਚਲ ਪ੍ਰਦੇਸ਼ ਔਰ ਅਰੁਣਾਚਲ ਪ੍ਰਦੇਸ਼ ਵਿੱਚ ਸੁੱਕ ਚੁੱਕੇ ਆ ਕੁਛ ਕਾਰਨਾਂ ਦੇ ਕਰਕੇ। ਨੈਕਸਟ, ਹੋਰ ਕਹਿੰਦੇ ਡਿਸਟਰਬੈਂਸ ਕਿਵੇਂ ਹੁੰਦੀ ਆ ਸਾਡੇ ਐਨਵਾਇਰਨਮੈਂਟ ਨੂੰ ਜਾਂ ਫੋਰੈਸਟ ਨੂੰ। ਹੈਬਿਟੇਟ ਡਿਸਟਰਕਸ਼ਨ, ਹੰਟਿੰਗ, ਪੋਸਿੰਗ, ਓਵਰ ਐਕਸਪਲੋਟੇਸ਼ਨ, ਐਨਵਾਇਰਨਮੈਂਟਲ ਪੋਲਿਊਸ਼ਨ। ਮਤਲਬ ਕਿਵੇਂ? ਹੈਬਿਟੇਟ ਡਿਸਟਰਕਸ਼ਨ ਉਹੀ ਕਿ ਜਿਹੜੀ ਸਾਡੀ ਰਹਿਣ ਦੀ ਜਗ੍ਹਾ ਵਾ, ਇਸ ਨੂੰ ਕਿਸੇ ਕਾਰਨ ਦੇ ਕਰਕੇ, ਬਾਹਰੀ ਕਾਰਨਾਂ ਕਰਕੇ ਡਿਸਟਰਬ ਕਰ ਦੇਣਾ, ਮਤਲਬ ਇਹਦੇ ਵਿੱਚ ਪੋਲਿਊਸ਼ਨ ਫੈਲਾ ਦੇਣਾ, ਜਾਂ ਇਹਦੇ ਜੋ ਟੈਂਪਰੇਚਰ ਵਗੈਰਾ ਵਿੱਚ ਜਾਂ ਵਾਟਰ ਸੋਰਸਿਸ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਨਾ ਕੋਈ ਪ੍ਰੋਬਲਮ ਪੈਦਾ ਹੋਣੀਆਂ ਸ਼ੁਰੂ ਹੋ ਜਾਣੀਆਂ। ਹੰਟਿੰਗ, ਸ਼ਿਕਾਰ, ਪੋਚਿੰਗ ਹੁੰਦਾ ਇਲੀਗਲੀ ਹੰਟ, ਮਤਲਬ ਗੈਰ ਕਾਨੂੰਨੀ
ਸ਼ਿਕਾਰ ਕਰਨਾ। ਗੈਰ ਕਾਨੂੰਨੀ ਜਿਵੇਂ ਕਿ ਸਾਡੇ ਲਾਇਨ ਵਗੈਰਾ, ਪੀਕੋਕ ਵਗੈਰਾ ਸਾਡੇ ਨੈਸ਼ਨਲ ਐਂਬਲਮ ਆ, ਕੁਛ ਨੈਸ਼ਨਲ ਬਰਡਸ, ਐਨੀਮਲਸ ਐਕਸੈਕਟਰਾ ਜੋ ਮੰਨੇ ਜਾਂਦੇ ਆ, ਇਹਨਾਂ ਦਾ ਗੈਰ ਕਾਨੂੰਨੀ ਤੌਰ 'ਤੇ ਵਪਾਰ ਕਰ ਦੇਣਾ। ਵਪਾਰ ਮਤਲਬ ਇਹਨਾਂ ਨੂੰ ਮਾਰਿਆ ਹੀ ਇਸ ਕਰਕੇ ਜਾਂਦਾ ਕਿ ਇਹਨਾਂ ਦੀ ਜੋ ਸਕਿਨ ਵਗੈਰਾ ਹੁੰਦੀ ਆ ਜਾਂ ਇਹਨਾਂ ਦੇ ਫੀਦਰ ਹੁੰਦੇ ਆ, ਇਹਨਾਂ ਦੀ ਬੀਕ ਹੁੰਦੀ ਆ, ਇਹਨਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੋਡਕਟ ਦੇ ਵਿੱਚ ਮੈਨੂਫੈਕਚਰਿੰਗ ਲਈ ਉਪਯੋਗ ਕੀਤਾ ਜਾਂਦਾ ਹੈ। ਉਸ ਯੂਜ਼ ਨੂੰ ਪੂਰਾ ਕਰਨ ਵਾਸਤੇ ਇਹਨਾਂ ਨੂੰ ਮਾਰ ਕੇ ਬਾਹਰਲੇ ਵਪਾਰੀਆਂ ਨੂੰ ਜਾਂ ਕੁਛ ਫੈਕਟਰੀ ਮਾਲਕਸ ਨੂੰ ਜਿਹੜਾ ਵਾ ਇਲੀਗਲ ਤੌਰ 'ਤੇ ਟਰੇਡ ਕਰ ਦਿੱਤਾ ਜਾਂਦਾ। ਤਾਂ ਕਰਕੇ ਵੱਧ ਤੋਂ ਵੱਧ ਲੋਕ ਇਹਨਾਂ ਨੂੰ ਮਾਰ ਕੇ ਆਪਣੀ ਇਕਨੋਮਿਕ ਸਿਚੁਏਸ਼ਨ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦਾ। ਇਹਨਾਂ ਓਵਰ ਐਕਸਪਲੋਇਟੇਸ਼ਨ, ਲੋੜ ਤੋਂ ਜ਼ਿਆਦਾ ਵਰਤੋਂ ਕਰਨੀ, ਸ਼ੋਸ਼ਣ ਕਰਨਾ, ਐਨਵਾਇਰਮੈਂਟਲ ਪੋਲਿਊਸ਼ਨ, ਵਾਤਾਵਰਨ ਦਾ ਪ੍ਰਦੂਸ਼ਣ, ਪੋਸ਼ਨਿੰਗ ਐਂਡ ਦਾ ਫੋਰੈਸਟ ਫਾਇਰਸਟ, ਵਾਤਾਵਰਨ ਦਾ ਪ੍ਰਦੂਸ਼ਣ, ਜ਼ਹਿਰੀਲੀਆਂ ਗੈਸਾਂ, ਫੋਰੈਸਟ ਫਾਇਰਸ, ਜੰਗਲਾਂ ਵਿੱਚ ਅੱਗ ਲੱਗ ਜਾਣਾ ਆਰ ਫੈਕਟਰਸ ਵਿਚ ਹੈਵ ਲੈਡ ਟੂ ਦਾ ਡਿਕਲਾਈਨ ਇਨ ਦਾ ਇੰਡੀਅਸ ਬਾਇਓਡਾਇਵਰਸਿਟੀ। ਇਹ ਸਾਰੇ ਕਹਿੰਦੇ ਕੁਛ ਕਾਰਨ ਹੈ ਜੋ ਕਿ ਭਾਰਤ ਦੇ ਵਿੱਚ ਜੀਵ ਵਿਭਿੰਨਤਾ ਜੋ ਉਹਦੇ ਵਾਸਤੇ ਇੱਕ ਪਤਨ ਦਾ ਕਾਰਨ ਬਣ ਰਹੇ ਆ। ਮਤਲਬ ਇਹਨਾਂ ਸਾਰੇ ਕਾਰਨਾਂ ਦੇ ਕਰਕੇ ਭਾਰਤ ਵਿੱਚ ਜੀਵ ਵਿਭਿੰਨਤਾ ਦੇ ਵਿੱਚ ਕਮੀ ਆ ਰਹੀ ਆ, ਕੁਛ ਕਿਸਮਾਂ ਅਲੋਪ ਹੋ ਰਹੀਆਂ ਹੈ। ਅਦਰ ਇੰਪੋਰਟੈਂਟ ਕਾਜ਼ ਆਫ ਦਾ ਐਨਵਾਇਰਮੈਂਟਲ ਡਿਸਟਰਕਸ਼ਨ ਆਰ ਅਨਇਕੁਅਲ ਐਕਸੈਸ। ਕਹਿੰਦੇ ਇੱਕ ਹੋਰ ਕਾਰਨ ਇਹ ਆ ਅਨਇਕੁਅਲ ਐਕਸੈਸ, ਕਿ ਸਾਰੇ ਲੋਕਾਂ ਦੀ ਜੰਗਲਾਂ ਦੇ ਉੱਪਰ ਪਹੁੰਚ ਬਰਾਬਰ ਨਹੀਂ ਹੈ। ਮਤਲਬ ਸਾਰਿਆਂ ਦਾ ਸਾਰੇ ਪੋਪੂਲੇਸ਼ਨ ਦਾ ਜੰਗਲ ਪ੍ਰੋਡਕਟ ਦੇ, ਫੋਰੈਸਟ ਪ੍ਰੋਡਕਟ ਦੇ ਉੱਪਰ ਇਕੁਅਲ ਰਾਈਟਸ ਨਹੀਂ ਹੈਗਾ। ਇਨਇਕੁਇਟੇਬਲ ਕੰਜ਼ੰਪਸ਼ਨ ਆਫ ਦਾ ਰਿਸੋਰਸਿਸ ਐਂਡ ਦਾ ਡਿਫਰੈਂਸ਼ੀਅਲ ਸ਼ੇਅਰਿੰਗ ਆਫ ਦਾ ਰਿਸਪੋਂਸਿਬਿਲਿਟੀ ਫਾਰ ਦਾ ਐਨਵਾਇਰਮੈਂਟਲ ਵੈਲਬੀਂਗ। ਨਾ ਹੀ ਸਾਰੇ ਲੋਕ ਕਹਿੰਦੇ ਜੰਗਲ ਪ੍ਰੋਡਕਟ ਦੀ ਇੱਕੋ ਜਿਹੀ ਜਿਹੜੀ ਕੰਜ਼ੰਪਸ਼ਨ ਖਪਤ ਕਰਦੇ ਆ, ਨਾ ਹੀ ਸਾਰੇ ਲੋਕ ਆਪਣੀ ਕੋਈ ਰਿਸਪੋਂਸਿਬਿਲਿਟੀ ਇੱਕ ਬਰਾਬਰ ਦੀ ਸਮਝਦੇ ਆ ਕਿ ਇਹਨਾਂ ਜੇਕਰ ਅਸੀਂ ਜੰਗਲਾਂ ਨੂੰ ਵਰਤਦੇ ਹਾਂ ਅਤੇ ਇਹਨਾਂ ਨੂੰ ਬਚਾਉਣ ਵਾਸਤੇ ਸਾਡੀ ਰਿਸਪੋਂਸਿਬਿਲਿਟੀ ਕੀ ਆ, ਕੀ ਇਹਨਾਂ ਦੀ ਗਰੋਥ ਵਾਸਤੇ ਇਹਨਾਂ ਨੂੰ ਆਪਾਂ ਕੰਜ਼ਰਵ ਕਰਨ ਵਾਸਤੇ ਕੀ ਕਰ ਸਕਦੇ ਹਾਂ। ਕੋਈ ਵੀ ਆਪਣੀ ਰਿਸਪੋਂਸਿਬਿਲਿਟੀ ਨਹੀਂ ਸਮਝਦਾ। ਓਵਰ ਪਾਪੂਲੇਸ਼ਨ ਇਨ ਦਾ ਥਰਡ ਵਰਲਡ ਕੰਟਰੀਜ਼ ਇਜ਼ often cited as the cause of the environmental degradation। ਮਤਲਬ ਜਿਹੜੇ ਲੋਕ ਅਜੇ ਵਿਕਾਸਸ਼ੀਲ ਆ, ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਏ, ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਏਰੀਆ ਦੇ ਵਿੱਚ ਐਨਵਾਇਰਮੈਂਟਲ, ਫੋਰੈਸਟ ਐਕਸੈਕਟਰਾ ਦੀ ਡਿਗਰੇਡੇਸ਼ਨ, ਪਤਨ ਜ਼ਿਆਦਾ ਛੇਤੀ ਹੋ ਰਿਹਾ ਹੈ। ਐਗਜ਼ਾਮਪਲ ਦੇ ਤੌਰ 'ਤੇ ਅਮੈਰੀਕਨ ਕੰਜ਼ਿਊਮ 40 times more resources than an average Somalian। ਕਹਿੰਦੇ ਇੱਕ ਐਗਜ਼ਾਮਪਲ ਦੇ ਤੌਰ 'ਤੇ ਸੋਮਾਲੀਆ ਦੇ ਇੱਕ ਪਰਸਨ ਦੀ ਬਜਾਏ ਅਮੈਰੀਕਾ ਦਾ ਇੱਕ ਡਿਵੈਲਪਡ ਕੰਟਰੀ ਹੈ ਜੋ ਉੱਥੋਂ ਦਾ ਪਰਸਨ 40 ਗੁਣਾ ਜ਼ਿਆਦਾ ਸੋਰਸਿਸ ਜਿਹੜੇ ਯੂਜ਼ ਕਰ ਲੈਂਦਾ ਹੈ। ਸਿਮਿਲਰਲੀ ਦਾ ਰਿਚੈਸਟ 5% ਆਫ ਦਾ ਇੰਡੀਅਨ ਸੋਸਾਇਟੀ ਪ੍ਰੋਬੇਬਲੀ ਕਾਜ਼ more ecologically damage because of the amount they consume than the poorest 25%। ਮਤਲਬ ਇੰਡੀਆ ਦੇ 5% ਆਦਮੀ, 5% ਅਮੀਰ ਆਦਮੀ ਅਜਿਹਾ ਜੋ ਕਿ 25% ਗਰੀਬਾਂ ਦੀ ਬਜਾਏ ਜ਼ਿਆਦਾ ਰਿਸੋਰਸ ਜਿਹੜੇ ਯੂਜ਼ ਕਰ ਸਕਦੇ ਆ ਜਾਂ ਯੂਜ਼ ਕਰਦੇ ਆ। ਦਾ ਫਾਰਮਰ ਸ਼ੇਅਰਸ ਮਿਨੀਮਮ ਰਿਸਪੋਂਸਿਬਿਲਿਟੀ ਫਾਰ ਇਨਵਾਇਰਮੈਂਟਲ ਵੈਲਬੀਂਗਸ। ਪਰ ਕਹਿੰਦੇ ਇਹ ਲੋਕ ਜੋ ਹੁਣ ਇੰਨਾ ਜ਼ਿਆਦਾ ਰਿਸੋਰਸ ਯੂਜ਼ ਕਰਦੇ ਆ, ਇਨਵਾਇਰਮੈਂਟਲ ਵਿੱਚ ਕੀ ਸਾਨੂੰ ਇੰਪਰੂਵ ਕਰਨ ਦੀ ਲੋੜ ਆ, ਕਿਵੇਂ ਆਪਾਂ ਇਹਨਾਂ ਨੂੰ ਵੈਲਬੀਂਗ ਆਪਾਂ ਸੈਟਲ ਕਰ ਸਕਦੇ ਹਾਂ, ਇਹਦੇ ਪਤਨ ਨੂੰ ਰੋਕਿਆ ਜਾ ਸਕਦਾ, ਆਪਣੀ ਕੋਈ ਵੀ ਰਿਸਪੋਂਸਿਬਿਲਿਟੀ ਇਹ ਸ਼ੇਅਰ ਨਹੀਂ ਕਰਦੇ। ਦਾ ਕੁਐਸਚਨ ਇਜ਼ ਹੂ ਇਜ਼ ਕੰਜ਼ਿਊਮਿੰਗ। ਕਹਿੰਦੇ ਪ੍ਰਸ਼ਨ ਇੱਕ ਹੈ, ਸਵਾਲ ਇਹ ਆ ਕਿ ਕੌਣ ਕੰਜ਼ਿਊਮ ਕਰੇ, ਖਪਤ ਕੌਣ ਕਰੇ, ਵਾਟ, ਫਰੋਮ, ਵੇਅਰ ਐਂਡ ਹਾਊ, ਕਿਵੇਂ ਕਰ ਸਕਦੇ ਹਾਂ ਖਤਮ, ਅਤੇ ਕਿੰਨੀ ਖਪਤ ਇੱਕ ਪਰਸਨ ਜਿਹੜਾ ਕਰ ਸਕਦਾ ਹੈ। ਨੈਕਸਟ ਡੂ ਯੂ ਨੋ ਦੇ ਵਿੱਚ ਇਹਨਾਂ ਸਾਡੀ ਇਨਫੋਰਮੇਸ਼ਨ ਵਾਸਤੇ ਸਾਨੂੰ ਦੱਸਿਆ ਹੈ ਕਿ ਹੁਣ ਤੱਕ ਭਾਰਤ ਦੇ 1/3 ਆਫ ਇਟਸ ਵੈਟਲੈਂਡ ਡਰੇਨਸ, ਇਹਦੀਆਂ ਵੈਟਲੈਂਡ ਹੁੰਦੀਆਂ ਜਿਸ ਤਰ੍ਹਾਂ ਸਿੱਲੀ ਗਿੱਲੀ ਜ਼ਮੀਨ ਹੋ ਸਕਦੀਆਂ ਜਾਂ ਜਿੱਥੇ ਸੇਮ ਪੈਂਦੀ ਆ, ਇੱਕ ਦਲਦਲ ਵਾਲੀ ਜ਼ਮੀਨ ਕਹਿ ਸਕਦੇ ਹਾਂ। ਹੁਣ ਤੱਕ ਕਹਿੰਦੇ ਉਸ ਜ਼ਮੀਨ ਦੇ ਵਿੱਚ 1/3 ਪਾਰਟਸ ਜਿਹੜਾ ਇੰਡੀਆ ਦੀ ਵੈਟਲੈਂਡ ਦਾ ਸੁੱਕ ਚੁੱਕਾ ਹੈ। 70% ਆਫ ਇਟਸ ਸਰਫੇਸ ਵਾਟਰ ਬੋਡੀਜ਼ ਪੋਲਿਊਟਡ। ਇਸ ਦੇ ਅੰਡਰ ਵਾਟਰ ਜਾਂ ਵਾਟਰ ਸੋਰਸਿਸ ਦੇ 70% ਸਰੋਤ ਜਿਹੜੇ ਪੂਰੀ ਤਰ੍ਹਾਂ ਜਿਹੜੇ ਪੋਲਿਊਟ ਹੋ ਚੁੱਕੇ ਆ, ਪ੍ਰਦੂਸ਼ਣ ਨਾਲ ਭਰ ਚੁੱਕੇ ਆ।
40% of its mangrove wiped out ਅਤੇ 40% ਇਹਦੇ mangrove forest ਜਿਹੜੇ ਆ ਉਹ ਪੂਰੀ ਤਰ੍ਹਾਂ ਸਾਫ਼ ਹੋ ਚੁੱਕੇ ਆ। ਐਂਡ ਵਿਦ ਦਾ ਕੰਟੀਨਿਊ ਹੰਟਿੰਗ ਐਂਡ ਦਾ ਟ੍ਰੇਡ wild animal and the commercial valuable plants, thousands of plants and the animal species are heading towards extinction। ਅਤੇ ਲਗਾਤਾਰ ਜਿਹੜਾ ਵਾ ਸ਼ਿਕਾਰ ਵਗੈਰਾ ਦਾ ਕਰਕੇ ਜਾਂ ਵਪਾਰ ਦਾ ਕਰਕੇ ਇਹ ਬਹੁਤ ਸਾਰੇ ਵਾਈਲਡ ਐਨੀਮਲ ਜੰਗਲੀ ਜਾਨਵਰ ਅਤੇ ਹੋਰ ਕੁਛ ਵੈਲਿਊਏਬਲ ਕੁਛ ਕੀਮਤੀ ਪਲਾਂਟਸ ਦੀਆਂ ਸਪੈਸੀਸ ਜਿਹੜੀਆਂ ਇੱਕ ਐਕਸਟਿੰਕਸ਼ਨ ਅਲੋਪ ਹੋਣ ਦੀ ਕਗਾਰ ਵੱਲ ਜਾਂ ਅਲੋਪ ਹੋਣ ਵੱਲ ਜਾ ਰਹੀਆਂ ਹੈ। Next they gave us a small activity. Have you noticed any activity which leads to the loss of the biodiversity around you? ਕੀ ਤੁਹਾਡੇ ਆਲੇ ਦੁਆਲੇ ਕੋਈ ਅਜਿਹੀ ਐਕਟੀਵਿਟੀ ਹੋ ਰਹੀ ਹੈ ਜਿਹਦੇ ਅਨੁਸਾਰ ਜੈਵ ਵਿਭਿੰਨਤਾ ਨੂੰ ਕੁਛ ਨੁਕਸਾਨ ਪਹੁੰਚ ਰਿਹਾ ਹੈ? ਰਾਈਟ ਅ ਨੋਟ ਔਨ ਇਟ ਐਂਡ ਸੁਜੈਸਟ ਸਮ ਮੇਜਰਸ ਟੂ ਪ੍ਰੀਵੈਂਟ ਇਟ। ਇਸ ਦੇ ਉੱਪਰ ਇੱਕ ਨੋਟ ਲਿਖੋ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਵਾ ਉਹ ਵੀ ਮਾਪਦੰਡ ਨੋਟ ਕਰਵਾਓ ਜਾਂ ਲਿਖੋ। These activities are also important because sometimes the examiner put question from these activities, so do not ignore these activities. Read every line carefully because the 20 marks for MCQ and they put MCQ from the internal of the chapter. So read every line very carefully. Next, the destruction of the forest and the wildlife is not just a biological issue. The biological loss is strongly correlated with the loss of the cultural diversity। ਕਹਿੰਦੇ ਆ ਜੰਗਲਾਂ ਦਾ ਔਰ ਜੰਗਲੀ ਜੀਵਾਂ ਦਾ ਜਿਹੜਾ ਲੋਸ ਹੋ ਜਾਣਾ ਜਾਂ ਅਲੋਪ ਹੋ ਜਾਣਾ ਸਿਰਫ ਇੱਕ ਬਾਇਓਲੋਜੀਕਲ ਇੱਕ ਜੀਵ ਵਿਭਿੰਨਤਾ ਦੇ ਨਾਲ ਸੰਬੰਧਿਤ ਮੁੱਦਾ ਨਹੀਂ ਆ, ਇਹਦੇ ਨਾਲ ਸਾਡੇ ਕਲਚਰ ਨੂੰ ਜਿਹੜਾ ਵਾ ਕੁਛ ਨੁਕਸਾਨ ਪਹੁੰਚਦਾ ਹੈ। ਸੱਚ ਲੋਸਿਸ ਹੈਵ ਦਾ ਇਨਕਰੀਜ਼ਿੰਗਲੀ ਮਾਰਜਨਲਾਈਜ਼ਡ ਐਂਡ ਦਾ ਇੰਪਾਵਰਡ many indigenous and the other forest dependent communities। ਮਾਰਜਨਲਾਈਜ਼ਡ ਹੁੰਦਾ ਵਾ ਹਾਸ਼ੀ ਵਿੱਚ, ਮਤਲਬ ਜਿੱਦਾਂ ਇੱਕ ਅਖਬਾਰ ਦੇ ਵਿੱਚ ਕੋਈ ਨਿਊਜ਼ ਦਿੱਤੀ ਹੁੰਦੀ ਹੈ ਅਤੇ ਉਹਦੀ ਕੋਈ ਨਿਊਜ਼ ਦੇ ਨਾਲ ਸੰਬੰਧਿਤ ਛੋਟੀ ਜਿਹੀ ਪਿਕਚਰ ਦਿੱਤੀ ਹੁੰਦੀ ਹੈ ਸਾਨੂੰ 1/1 ਸੈਂਟੀਮੀਟਰ ਦੇ ਵਿੱਚ, ਉਹਨੂੰ ਆਪਾਂ ਬੋਲਦੇ ਹਾਂ ਹਾਸ਼ੀ ਵਿੱਚ। ਮਤਲਬ ਜਿਹੜੇ ਲੋਕ ਬਹੁਤ ਜ਼ਿਆਦਾ ਪਿੱਛੇ ਚੱਲ ਜਾਣ, ਇੰਪਾਵਰਿਸ਼ਡ ਜਿਹੜਾ ਗਰੀਬੀ ਦੇ ਨਾਲ। ਕਹਿੰਦਾ ਇਹਦੇ ਨਾਲ ਲਗਾਤਾਰ ਜਦੋਂ ਕੁਛ ਆਪਾਂ ਜੰਗਲਾਂ ਵਗੈਰਾ ਨੂੰ ਕੱਟ ਦਿੰਦੇ ਹਾਂ ਜਾਂ ਜੰਗਲੀ ਜੀਵ ਨੂੰ ਮਾਰ ਦਿੰਦੇ ਹਾਂ, ਉਹਦੇ ਨਾਲ ਬਹੁਤ ਸਾਰੀਆਂ ਕਮਿਊਨਿਟੀ ਸਮਾਜ ਦੀਆਂ ਜਿਹੜੀਆਂ ਹਾਸ਼ੀਏ ਵਿੱਚ ਚੱਲ ਜਾਂਦੀਆਂ ਅਤੇ ਉਹਨਾਂ ਦੇ ਵਿੱਚ ਗਰੀਬੀ ਆ ਜਾਂਦੀ ਆ। ਕਿਉਂਕਿ ਇਹ ਕਮਿਊਨਿਟੀਆਂ ਜਿਹੜੀਆਂ ਵਾ ਜ਼ਿਆਦਾਤਰ ਆਪਣੀ ਇਕਨੋਮਿਕ ਗਰੋਥ ਵਾਸਤੇ ਜਾਂ ਆਪਣੇ ਗੁਜ਼ਾਰੇ ਵਾਸਤੇ ਜੰਗਲਾਂ ਦੇ ਉੱਪਰ ਔਰ ਜੰਗਲਾਂ ਦੇ ਵਿੱਚ ਪਾਏ ਜਾਣ ਵਾਲੇ ਪ੍ਰੋਡਕਟ ਔਰ ਐਨੀਮਲ ਦੇ ਉੱਪਰ ਹੀ ਜਿਹੜਾ ਡਿਪੈਂਡ ਹੁੰਦੇ ਆ। ਇਹਨਾਂ ਨੂੰ ਯੂਜ਼ ਕਰਕੇ ਜਿਹੜਾ ਆਪਣੇ ਘਰ ਦਾ ਉਹ ਗੁਜ਼ਾਰਾ ਕਰਦੇ ਆ। ਅਗਰ ਇਹ ਚੀਜ਼ਾਂ ਅਲੋਪ ਹੋ ਜਾਣਗੀਆਂ, ਇਹ ਲੋਕ ਜਿਹੜਾ ਹਾਸ਼ੀ ਵਿੱਚ ਚੱਲ ਜਾਂਦੇ, ਇਹਨਾਂ ਦੀ ਹਾਲਤ ਪਹਿਲਾਂ ਨਾਲੋਂ ਜ਼ਿਆਦਾ ਬੁਰੀ ਹੋ ਜਾਂਦੀ ਹੈ। ਇੰਡੀਜੈਨਸ ਦਾ ਮਤਲਬ ਹੁੰਦਾ ਸਥਾਨਕ ਜਾਤੀਆਂ। ਨੀਚੇ ਉਹਨਾਂ ਨੇ ਦਿੱਤਾ ਹੋਇਆ ਕਿ ਇਹਨਾਂ ਕਮਿਊਨਿਟੀ ਵੱਲੋਂ ਇਹਨਾਂ ਪ੍ਰੋਡਕਟ ਨੂੰ ਔਰ ਇਹਨਾਂ ਫੋਰੈਸਟ ਵਗੈਰਾ ਨੂੰ ਕਿਵੇਂ ਯੂਜ਼ ਕੀਤਾ ਜਾਂਦਾ, ਮਤਲਬ ਇਹਨਾਂ ਨੂੰ ਫੂਡ ਦੇ ਤੌਰ 'ਤੇ, ਡਰਿੰਕ, ਮੈਡੀਸਿਨ, ਕਲਚਰ, ਸਪਿਰਚੁਅਲੀ ਐਕਸੈਟਰਾ, ਇਹਨਾਂ ਸਾਰੇ ਵਰਕ ਵਾਸਤੇ ਯੂਜ਼ ਕਰਦੇ ਆ ਇਹ ਕਮਿਊਨਿਟੀਆਂ। ਨੈਕਸਟ ਆ ਜਾਂਦਾ ਸਾਡੇ ਕੋਲ ਵਿਦਨ ਦਾ ਪੂਅਰ ਵੂਮਨ ਆਰ ਦਾ ਅਫੈਕਟਡ ਮੋਰ ਦੈਨ ਦਾ ਮੈਨ। ਕਹਿੰਦੇ ਇਸ ਗਰੀਬ ਦੀ ਹਾਲਤ ਵਿੱਚ ਔਰਤਾਂ ਦੇ ਉੱਪਰ ਜੰਗਲਾਂ ਦੀ ਕਟਾਈ ਦਾ ਜਾਂ ਇਹ ਪ੍ਰੋਡਕਟ ਲੋਸ ਹੋਣ ਦਾ, ਐਕਸਟਿੰਕਟ ਅਲੋਪ ਹੋਣ ਦਾ ਜ਼ਿਆਦਾ ਅਸਰ ਪੈਂਦਾ ਹੈ ਆਦਮੀਆਂ ਦੀ ਬਜਾਏ। ਕਹਿੰਦੇ ਇਹਦਾ ਕਾਰਨ ਕੀ ਹੈ? ਇਨ ਮੈਨੀ ਸੋਸਾਇਟੀ ਵੂਮੈਨ ਬੀਅਰ ਦਾ ਮੇਜਰ ਰਿਸਪੋਂਸਿਬਿਲਿਟੀ ਆਫ ਦਾ ਕਲੈਕਟ ਆਫ ਦਾ ਫਿਊਲ। ਕਹਿੰਦੇ ਕਿਉਂਕਿ ਬਹੁਤ ਸਾਰੇ ਸਮਾਜ ਦੇ ਵਿੱਚ ਅਜਿਹੀ ਜ਼ਿੰਮੇਵਾਰੀ ਔਰਤਾਂ ਨੂੰ ਦਿੱਤੀ ਜਾਂਦੀ ਹੈ ਕਿ ਆਪਣੇ ਘਰ-ਬਾਰ ਵਾਸਤੇ, ਆਪਣੇ ਭੋਜਨ ਬਣਾਉਣ ਵਾਸਤੇ ਤੁਸੀਂ ਆਸ-ਪਾਸ ਦੇ ਜੰਗਲਾਂ ਦੇ ਵਿੱਚੋਂ ਫਿਊਲ, ਫੋਡਰ, ਆਪਣਾ ਬਾਲਣ ਅਤੇ ਪਸ਼ੂਆਂ ਵਾਸਤੇ ਚਾਰਾ, ਪਾਣੀ ਅਤੇ ਹੋਰ ਜਿਹੜਾ ਬੇਸਿਕ ਸਬਸਟੈਂਸਿਸ ਜੋ ਸਾਡੀਆਂ ਨੀਡਸ ਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਪ੍ਰੋਡਕਟ ਲੈ ਕੇ ਆਉਣੇ ਆ। ਇਹ ਦੀਜ਼ ਰਿਸੋਰਸਿਸ ਆਰ ਦਾ ਡਿਪਲੀਟਡ। ਕਹਿੰਦੇ ਜਦੋਂ ਇਹਨਾਂ ਨੂੰ ਅਸੀਂ ਲਗਾਤਾਰ ਖ਼ਤਮ ਕਰੀ ਜਾਵਾਂਗੇ ਪ੍ਰੋਡਕਟ ਨੂੰ, ਦਾ ਡਿਗਰੀ ਆਫ ਦਾ ਵੂਮੈਨ ਇਨਕਰੀਜ਼ ਐਂਡ ਦਾ ਸਮਟਾਈਮਸ ਦੇ ਹੈਵ। ਕਹਿੰਦੇ ਜਦੋਂ ਅਸੀਂ ਇਹਨਾਂ ਨੂੰ ਲਗਾਤਾਰ ਖ਼ਤਮ ਕਰੀ ਜਾਵਾਂਗੇ, ਇਹਦੇ ਅਨੁਸਾਰ ਇੱਕ ਔਰਤ ਦੀ ਜ਼ਿੰਦਗੀ ਹੋਰ ਵੀ ਕਠੋਰ ਹੋ ਜਾਂਦੀ ਆ, ਕਿਉਂਕਿ ਕਈ ਵਾਰੀ ਜ਼ਿਆਦਾ ਦੂਰ ਤੱਕ ਹੁਣ ਉਹਨਾਂ ਦੇ ਉੱਪਰ ਇਹ ਜ਼ਿੰਮੇਵਾਰੀ ਆ ਪ੍ਰੋਡਕਟ ਅਤੇ ਉਹਨਾਂ ਨੂੰ ਹੀ ਲਿਆਉਣੇ ਪੈਣੇ, ਔਰਤਾਂ ਨੂੰ ਹੀ ਲਿਆਉਣੇ ਪੈਣੇ ਆ। ਕਈ ਵਾਰ ਕਹਿੰਦੇ ਅਜਿਹੇ ਪ੍ਰੋਡਕਟ ਦੀ ਪ੍ਰਾਪਤੀ ਲਈ ਉਹਨਾਂ ਨੂੰ ਤਕਰੀਬਨ 10 ਕਿਲੋਮੀਟਰ ਜਿਹੜਾ ਆਪਣੇ ਘਰ ਤੋਂ ਦੂਰ ਜਾਣਾ ਪੈਂਦਾ ਹੈ। ਦੀਜ਼ ਕਾਜ਼ਸ ਸੀਰੀਅਸ ਹੈਲਥ ਪ੍ਰੋਬਲਮ ਫਾਰ ਵੂਮੈਨ। ਇਹਨਾਂ ਦਾ ਕਰਕੇ ਉਹਨਾਂ ਦੀ ਸਿਹਤ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਪੈਦਾ ਹੋ ਜਾਂਦੀਆਂ ਹੈ।
ਐਂਡ ਦ ਨੈਗਲੀਜੈਂਸ ਆਫ ਦਾ ਹੋਮ ਐਂਡ ਦਾ ਚਿਲਡਰਨ ਬਿਕੋਜ਼ ਆਫ ਦਾ ਇਨਕਰੀਡ ਆਰਟਸ ਵਰਕ। ਅਤੇ ਉਹਨਾਂ ਦੇ ਕੰਮ ਕਰਨ ਦੇ ਘੰਟੇ ਵੱਧ ਜਾਂਦੇ ਆ, ਜਿਹਦੇ ਅਨੁਸਾਰ ਉਹਨਾਂ ਨੂੰ ਆਪਣੀ ਫੈਮਿਲੀ ਵੱਲ ਕੋਈ ਧਿਆਨ ਨਹੀਂ ਰਹਿੰਦਾ, ਆਪਣੇ ਘਰ ਤੋਂ ਅਤੇ ਆਪਣੇ ਬੱਚਿਆਂ ਪ੍ਰਤੀ ਉਹਨਾਂ ਦੀ ਅਣਗਹਿਲੀ ਸਾਹਮਣੇ ਆਉਣੀ ਸ਼ੁਰੂ ਹੋ ਜਾਂਦੀ ਆ। ਮਤਲਬ ਉਹਨਾਂ ਨੂੰ ਹੁਣ ਰਿਸਪੋਂਸੀਬਿਲਿਟੀ ਜਿਹੜੀ ਉਹ ਵੀ ਜ਼ਰੂਰੀ ਆ, ਬੱਚੇ ਵੀ ਜ਼ਰੂਰੀ ਆ, ਪਰ ਰਿਸਪੋਂਸੀਬਿਲਿਟੀ ਜਿਹੜੀ ਉਹ ਪਹਿਲਾਂ ਨਿਭਾਉਂਦੀ ਹੈ, ਅਤੇ ਜਿਸ ਕਰਕੇ ਕੰਮ ਕਰਨ ਦਾ ਸਮਾਂ ਵੱਧ ਜਾਂਦਾ ਹੈ। ਜੋ ਸਮਾਂ ਉਹਨਾਂ ਨੇ ਬੱਚਿਆਂ ਨੂੰ ਆਪਣੇ ਘਰ ਪਰਿਵਾਰ ਨੂੰ ਦੇਣਾ ਹੁੰਦਾ ਹੈ, ਉਹ ਉਹਨਾਂ ਦਾ ਕੰਮ 'ਤੇ ਨਿਕਲਣਾ ਸ਼ੁਰੂ ਹੋ ਜਾਂਦਾ ਹੈ। which often has the serious social implication. The indirect impact of the degradation such as the severe drought or the deforestation, induced floods, etc. ਅਸਿੱਧੇ ਤੌਰ 'ਤੇ ਇਨਡਾਇਰੈਕਟ ਤੌਰ 'ਤੇ ਕਹਿੰਦੇ ਇਹਨਾਂ ਜੰਗਲਾਂ ਦੀ ਕਟਾਈ ਜਾਂ ਡਿਗਰੇਡੇਸ਼ਨ ਦਾ ਪਤਨ ਦਾ ਕਾਰਨ ਸੋਕਾ ਹੋ ਜਾਂਦਾ ਹੈ, ਜਾਂ ਕਿਸੇ ਇਲਾਕੇ ਦੇ ਵਿੱਚ ਸੋਕਾ ਪੈ ਜਾਂਦਾ ਹੈ, ਅਤੇ ਜਾਂ ਜਿਹੜਾ ਵਾ ਹੜ੍ਹ ਦੇ ਨਾਲ ਉਸ ਇਲਾਕੇ ਦੇ ਵਿੱਚ ਕੁਦਰਤੀ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਪਾਵਰਟੀ ਇਨ ਦੀਜ਼ ਕੇਸਿਸ ਇਜ਼ ਏ ਡਾਇਰੈਕਟ ਆਊਟਕਮ ਆਫ ਦਾ ਐਨਵਾਇਰਮੈਂਟਲ ਡਿਸਟਰਕਸ਼ਨ। ਕਹਿੰਦੇ ਇਸ ਦੇ ਨਾਲ ਗਰੀਬੀ ਦੀ ਹਾਲਤ ਜਿਹੜੀ ਹੋਰ ਵੱਧ ਜਾਂਦੀ ਹੈ। ਦੇਅਰਫੋਰ ਫੋਰੈਸਟ ਐਂਡ ਦਾ ਵਾਈਲਡ ਲਾਈਫ ਆਰ ਵਿਟਲ ਟੂ ਦਾ ਕੁਆਲਿਟੀ ਆਫ ਲਾਈਫ ਐਂਡ ਦਾ ਐਨਵਾਇਰਮੈਂਟ ਇਨ ਦਾ ਸਬ ਕੰਟੀਨੈਂਟ। ਇਸੇ ਕਰਕੇ ਕਹਿੰਦੇ ਫੋਰੈਸਟ ਅਤੇ ਜੰਗਲੀ ਜਿਹੜੇ ਉਹ ਸਾਡੇ ਇਹਨਾਂ ਦੀ ਕੁਆਲਿਟੀ ਔਰ ਇਹਨਾਂ ਦਾ ਇਨਵਾਇਰਮੈਂਟ ਵਿੱਚ ਬਣੇ ਰਹਿਣਾ ਸਾਡੀ ਲੋਕ ਭਲਾਈ ਵਾਸਤੇ, ਸਬ ਕੰਟੀਨੈਂਟ ਵਾਸਤੇ ਜ਼ਰੂਰੀ ਹੈ। ਇਟ ਇਜ਼ ਇੰਪੈਰੇਟਿਵ ਟੂ ਅਡੈਪਟ ਟੂ ਸਾਊਂਡ ਫੋਰੈਸਟ ਐਂਡ ਵਾਈਲਡ ਲਾਈਫ ਕੰਜ਼ਰਵੇਸ਼ਨ ਸਟ੍ਰੈਟਜੀਜ਼। ਇਸ ਕਰਕੇ ਕਹਿੰਦੇ ਜ਼ਰੂਰੀ ਹੈ ਕਿ ਅਸੀਂ ਆਪਣੇ ਆਸ ਪਾਸ ਦੇ ਜਾਂ ਸਾਡੇ ਕੋਲ ਮੌਜੂਦ ਜੋ ਜੰਗਲ ਆ ਜਾਂ ਉਹ ਜੰਗਲੀ ਜਾਨਵਰ ਆ, ਇਹਨਾਂ ਨੂੰ ਕੰਜ਼ਰਵੇਸ਼ਨ, ਇਹਨਾਂ ਦੀ ਸਾਂਭ ਸੰਭਾਲ ਵਾਸਤੇ ਸਟ੍ਰੈਟਜੀਜ਼ ਕੁਝ ਰਣਨੀਤੀਆਂ ਅਪਣਾਈਏ, ਜਿਨ੍ਹਾਂ ਦੇ ਅਨੁਸਾਰ ਅਸੀਂ ਇਹਨਾਂ ਦੀ ਵਰਤੋਂ ਕਰਕੇ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਇਹਨਾਂ ਨੂੰ ਕੰਜ਼ਰਵ ਕਰ ਸਕੀਏ। So this is our today's lesson. Hope you understand the lesson. If you have any problem, you can ask me anytime, and also